ਅੱਜ ਅਸੀਂ ਕੋਰਸ ਕੋਡ BECC 132 ਪ੍ਰਿੰਸੀਪਲਸ ਆਫ ਮਾਈਕਰੋਇਕਨੋਮਿਕਸ ਪਾਰਟ 2 ਦਾ ਟੌਪਿਕ WTO ਐਂਡ ਇੰਡੀਆਜ਼ ਟ੍ਰੇਡ ਪਾਲਿਸੀ ਨੂੰ ਡਿਸਕਸ ਕਰਾਂਗੇ। WTO ਨੂੰ ਪੰਜਾਬੀ ਚ ਵਿਸ਼ਵ ਵਪਾਰ ਸੰਗਠਨ ਅਤੇ ਭਾਰਤੀ ਵਪਾਰ ਨੀਤੀ ਕਹਿੰਦੇ। ਜਿਹੜਾ WTO ਹੈ ਅੰਤਰਰਾਸ਼ਟਰੀ ਪੱਧਰ ਤੇ ਅਕੇਲੀ ਇੱਕ ਅਜਿਹੀ ਸੰਗਠਨ ਹੈ ਜਿਹੜੀ ਕਿ ਵਸਤੂਆਂ ਅਤੇ ਸੇਵਾਵਾਂ ਨੂੰ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਆਸਾਨੀ ਨਾਲ ਆਯਾਤ ਅਤੇ ਨਿਰਯਾਤ ਕਰਨ ਦੇ ਵਿੱਚ ਮਦਦ ਕਰਦੀ ਹੈ। ਇਹ ਸੰਗਠਨ ਇੱਕ ਅਜਿਹੇ ਰੂਲਸ ਐਂਡ ਰੈਗੂਲੇਸ਼ਨਸ ਇਹੋ ਜਿਹੇ ਨਿਯਮ ਅਤੇ ਕਾਨੂੰਨ ਚਲਾਉਂਦੀ ਹੈ ਜਿਸ ਦੇ ਨਾਲ ਬਿਨਾਂ ਕਿਸੇ ਪ੍ਰਤੀਬੰਧ ਤੋਂ, ਬਿਨਾਂ ਕਿਸੇ ਰੁਕਾਵਟ ਤੋਂ, ਬਿਨਾਂ ਕਿਸੇ ਟੈਰਿਫ ਤੋਂ ਅਤੇ ਕੋਟਾ ਤੋਂ ਅਸੀਂ ਵਸਤੂਆਂ ਅਤੇ ਸੇਵਾਵਾਂ ਇੱਕ ਦੇਸ਼ ਦੂਸਰੇ ਦੇਸ਼ ਦੇ ਵਿੱਚ ਆਸਾਨੀ ਨਾਲ ਆਯਾਤ ਅਤੇ ਨਿਰਯਾਤ ਕਰ ਸਕਦੇ ਹਾਂ। ਜਿਹੜੀ ਟੈਰਿਫ ਹੈ ਜਾਂ ਤਾਂ ਬਹੁਤ ਘੱਟ ਹੋ ਜਾਏਗੀ ਜਾਂ ਬਿਲਕੁਲ ਨਹੀਂ ਹੋਏਗੀ। ਇਸ ਤਰ੍ਹਾਂ ਹੀ ਕੋਟਾ ਤੇ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ ਅਸੀਂ ਇਸ ਸੰਗਠਨ ਦੇ ਅੰਤਰਗਤ ਕੀ ਹੈ ਘਟਾ। ਜਿਹੜਾ WTO ਹੈ ਉਹ 1 ਜਨਵਰੀ 1995 ਦੇ ਵਿੱਚ ਹੋਂਦ 'ਚ ਆਇਆ ਸੀ। ਗੈਟ ਜਨਰਲ ਐਗਰੀਮੈਂਟਸ ਔਨ ਟੈਰਿਫਸ ਐਂਡ ਟ੍ਰੇਡਸ, ਜਿਹਨੂੰ ਅਸੀਂ ਗੈਟ ਕਹਿੰਦੇ ਹਾਂ, GATT, ਇਸ ਦਾ 8ਵਾਂ ਰਾਊਂਡ ਯੂਰੂਗਵੇ ਦੇ ਵਿੱਚ ਹੋਇਆ ਸੀ। ਯੂਰੂਗਵੇ ਦੇ ਵਿੱਚ URUGUAY, ਉਸ ਯੂਰੂਗਵੇ ਦੇ ਵਿੱਚ ਜਿਹੜਾ ਗੈਟ ਦਾ 8th ਰਾਊਂਡ ਜਿਹੜਾ ਮੀਟਿੰਗ ਦਾ ਹੋਇਆ ਸੀ, ਉਸ ਦੇ ਵਿੱਚ ਗੈਟ ਦੀ ਜਗ੍ਹਾ ਦੇ ਉੱਤੇ WTO ਹੋਂਦ ਦੇ ਵਿੱਚ ਆਇਆ। ਇਸ ਸੰਗਠਨ ਦੇ ਵਿੱਚ 164 ਮੈਂਬਰ ਦੇਸ਼ ਨੇ ਅਤੇ ਇਸ ਦੇ ਵਿੱਚ 22 ਜਿਹੜੇ ਨੇ ਓਬਜ਼ਰਵਰ ਸਟੇਟ। 2016 ਦੇ ਵਿੱਚ ਜਿਹੜਾ ਲਾਸਟ ਮੈਂਬਰ ਹੈ, ਅਖੀਰਲੀ ਜਿਹੜਾ ਮੈਂਬਰ ਦੇਸ਼ ਹੈ, ਅਫਗਾਨਿਸਤਾਨ ਸੀਗਾ, ਜਿਹੜਾ ਕਿ WTO ਦਾ ਇੱਕ ਮੈਂਬਰ ਬਣਿਆ। WTO ਦੀ ਬਹੁਤ ਵਿਸ਼ਾਲ ਜ਼ਿੰਮੇਵਾਰੀਆਂ ਨੇ, ਬਹੁਤ ਜ਼ਿਆਦਾ ਵੱਡੀਆਂ ਜ਼ਿੰਮੇਵਾਰੀਆਂ ਨੇ। ਇਹ ਮੈਂਬਰ ਦੇਸ਼ਾਂ ਦੇ ਵਿਚਕਾਰ ਕਿਹਨਾਂ ਰੂਲਸ ਦੇ ਅੰਤਰਗਤ, ਕਿਹਨਾਂ ਰੈਗੂਲੇਸ਼ਨ ਦੇ ਅੰਤਰਗਤ ਵਸਤੂਆਂ ਅਤੇ ਸੇਵਾਵਾਂ ਦਾ ਆਯਾਤ ਨਿਰਯਾਤ ਕਰਨਾ ਉਹ ਨਿਸ਼ਚਿਤ ਕਰਦਾ ਹੈ ਅਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਇਨਵੈਸਟਮੈਂਟ ਕਰਨੀ ਹੈ, ਨਿਵੇਸ਼ ਕਰਨਾ, ਇੱਕ ਦੇਸ਼ ਦੂਸਰੇ ਦੇਸ਼ ਦੇ ਵਿੱਚ ਜਦੋਂ ਨਿਵੇਸ਼ ਕਰਦਾ ਹੈ ਉਹਦੇ ਕੀ ਰੂਲਸ ਹੋਣ। ਅਤੇ ਫਿਰ ਜਿਹੜੀਆਂ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਕੀ ਹੁੰਦਾ ਹੈ ਕਿ ਜਿਹੜੀ ਅਸੀਂ ਜਿਸ ਤਰ੍ਹਾਂ ਕੋਈ ਆਰਟੀਕਲ ਲਿਖਦਾ ਹੈ ਜਾਂ ਕੋਈ ਨਵੀਂ ਰਿਸਰਚ ਕਰਦਾ ਹੈ, ਉਸ ਵਿਅਕਤੀ ਦਾ ਜਾਂ ਉਸ ਸੰਸਥਾ ਦਾ ਅਧਿਕਾਰ ਹੋਏਗਾ, ਉਹਦੀ ਕਾਪੀਰਾਈਟ ਹੋਏਗਾ। ਤਾਂ ਦੂਸਰਾ ਜਿਹੜਾ ਦੇਸ਼ ਹੈ ਉਸਨੂੰ ਉਹਨਾਂ ਦੀ ਬਿਨਾਂ ਇਜਾਜ਼ਤ ਤੋਂ ਨਕਲ ਨਹੀਂ ਕਰ ਸਕਦਾ। ਉਸ ਦੇ ਰਾਈਟਸ ਨੂੰ, ਉਹਦੇ ਅਧਿਕਾਰਾਂ ਨੂੰ ਪ੍ਰੋਟੈਕਟ ਕਰਨਾ, ਸੁਰੱਖਿਅਤ ਕਰਨਾ, ਇਹ ਵੀ WTO ਦਾ ਅਧਿਕਾਰ ਮਤਲਬ ਇੱਕ ਕੰਮ ਹੈ, ਆਬਜੈਕਟਿਵ ਹੈ। ਇਸ ਦਾ ਆਬਜੈਕਟਿਵ ਕੀ ਹੈ, ਉਦੇਸ਼ ਕੀ ਹੈ WTO ਦਾ, ਕਿ ਅੰਤਰਰਾਸ਼ਟਰੀ ਪੱਧਰ ਤੇ ਵਪਾਰ ਵਧਾ ਕੇ ਅੰਤਰਰਾਸ਼ਟਰੀ ਪੱਧਰ ਤੇ ਇਨਕਮ ਦੇ ਵਿੱਚ ਵਾਧਾ ਕਰਨਾ, ਤਾਂ ਕਿ ਮੈਂਬਰ ਦੇਸ਼ਾਂ ਦੇ ਵਿੱਚ ਰਹਿ ਰਹੇ ਲੋਕਾਂ ਦੀ ਜਿਹੜੀ ਇਨਕਮ ਵੀ ਵਧੇ, ਉਹਨਾਂ ਨੂੰ ਵੈਰਾਈਟੀ ਆਫ ਗੁਡਸ ਵੀ ਪ੍ਰਾਪਤ ਹੋਣ ਅਤੇ ਉਹਨਾਂ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਹੈ, ਰਹਿਣ ਸਹਿਣ ਦਾ ਜਿਹੜਾ ਪੱਧਰ ਹੈ, ਉਸ ਦੇ ਵਿੱਚ ਵੀ ਵਾਧਾ ਹੋ। ਤਾਂ ਜੇ ਅਸੀਂ ਓਰੀਜਨ ਆਫ WTO ਦੀ ਗੱਲ ਕਰਦੇ ਹਾਂ ਕਿ WTO ਦੀ ਸ਼ੁਰੂਆਤ ਕਿੱਥੋਂ ਹੋਈ, ਤਾਂ ਬ੍ਰੈਟਨ ਵੁਡਸ BRETTON ਬ੍ਰੈਟਨ ਵੁਡਸ WOODS ਬ੍ਰੈਟਨ ਵੁਡਸ ਦੇ ਵਿੱਚ ਇੱਕ ਕਾਨਫਰੰਸ ਹੋਈ ਸੀ, ਜਿਸ ਨੂੰ ਅਧਿਕਾਰਿਕ ਤੌਰ ਤੇ ਆਫੀਸ਼ੀਅਲੀ ਅਸੀਂ ਯੂਨਾਈਟਿਡ ਨੇਸ਼ਨਸ ਮੋਨਿਟਰੀ ਐਂਡ ਫਾਈਨੈਂਸ਼ੀਅਲ ਕਾਨਫਰੰਸ ਕਹਿੰਦੇ ਹਾਂ। ਉਸ ਦੇ ਵਿੱਚ 44 ਦੇਸ਼ਾਂ ਨੇ, 44 ਕੰਟਰੀਜ਼ ਨੇ 1 ਜੁਲਾਈ ਤੋਂ ਲੈ ਕੇ 22 ਜੁਲਾਈ 1944 ਤੱਕ, 1944 ਦੇ ਵਿੱਚ ਮਤਲਬ 1 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ ਕਾਨਫਰੰਸ ਹੋਈ ਹੈ ਅਤੇ 1944 ਦੇ ਵਿੱਚ ਹੋਈ ਬ੍ਰੈਟਨ ਵੁਡਸ ਦੇ ਵਿੱਚ, ਜਿਸ ਨੂੰ ਅਸੀਂ ਬ੍ਰੈਟਨ ਵੁਡਸ ਕਾਨਫਰੰਸ ਕਹਿੰਦੇ ਹਾਂ। ਇਸ ਕਾਨਫਰੰਸ ਦੇ ਵਿੱਚ 3 ਸੰਸਥਾਵਾਂ ਦਾ ਮਤਲਬ ਕ੍ਰੀਏਸ਼ਨ ਹੋਈ। ਇੱਕ ਤਾਂ ਜਿਹਨੂੰ ਅਸੀਂ ਇੰਟਰਨੈਸ਼ਨਲ ਮੋਨਿਟਰੀ ਫੰਡ ਕਹਿੰਦੇ, ਅੰਤਰਰਾਸ਼ਟਰੀ ਮੌਦਰਿਕ ਕੋਸ਼ ਕਹਿੰਦੇ,
ਇੱਕ ਅਸੀਂ ਜਿਸ ਨੂੰ ਵਰਲਡ ਬੈਂਕ ਕਹਿ ਦਿੰਦੇ ਹਾਂ, IBRD ਇੰਟਰਨੈਸ਼ਨਲ ਬੈਂਕ ਫੋਰ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ, ਅਤੇ ਤੀਸਰਾ ਸੀਗਾ ਇੰਟਰਨੈਸ਼ਨਲ ਟ੍ਰੇਡ ਆਰਗੇਨਾਈਜੇਸ਼ਨ, ITO ਜਿਹਨੂੰ ਕਹਿੰਦੇ ਇੰਟਰਨੈਸ਼ਨਲ ਟ੍ਰੇਡ ਆਰਗੇਨਾਈਜੇਸ਼ਨ। ਲੇਕਿਨ IMF ਅਤੇ ਵਰਲਡ ਬੈਂਕ ਦਸੰਬਰ 1947 ਦੇ ਵਿੱਚ ਹੋਂਦ ਦੇ ਵਿੱਚ ਆਏ। ਲੇਕਿਨ ਜਿਹੜਾ ਵਰਲਡ ਬੈਂਕ ਹੈ ਜਾਂ ਜਿਹਨੂੰ ਅਸੀਂ ਇੰਟਰਨੈਸ਼ਨਲ ਟ੍ਰੇਡ ਆਰਗੇਨਾਈਜੇਸ਼ਨ ਉਸ ਟਾਈਮ ਕਹਿੰਦੇ ਸੀਗੇ, ਇਹ ਹੋਂਦ ਦੇ ਵਿੱਚ ਨਹੀਂ ਆਇਆ, ਕਿਉਂਕਿ ਇਸ ਦਾ ਜਿਹੜਾ ਚਾਰਟਰ ਹੈ ਉਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਸੈਨੇਟਰਸ ਨੇ ਅਪਰੂਵ ਨਹੀਂ ਕੀਤਾ। ਤਾਂ ਜਿਹੜਾ GATT ਹੈ, GATT, ਜਿਹਨੂੰ ਅਸੀਂ ਜਨਰਲ ਐਗਰੀਮੈਂਟਸ ਔਨ ਟੈਰਿਫਸ ਐਂਡ ਟ੍ਰੇਡ ਕਹਿੰਦੇ ਹਾਂ, ਇਹ 1947 ਦੇ ਵਿੱਚ ਜਨੀਵਾ ਦੇ ਵਿੱਚ ਹੋਂਦ 'ਚ ਆਇਆ। ਜਨੀਵਾ ਜਿਹੜਾ ਕਿ ਸਵੀਡਨ ਦੇ ਵਿੱਚ ਹੈ, ਉਦੋਂ ਹੋਂਦ ਦੇ ਵਿੱਚ ਆਇਆ। ਇਸ ਦੇ ਵਿੱਚ ਉਦੋਂ ਇੰਡੀਆ ਸਮੇਤ 23 ਦੇਸ਼ ਸੀਗੇ। ਇੰਡੀਆ ਇਹਦਾ GATT ਦਾ ਫਾਊਂਡਰ ਮੈਂਬਰ ਹੈ, ਮਤਲਬ ਕਿ ਆਰੰਭ ਤੋਂ ਇਸ ਦਾ ਮੈਂਬਰ। ਤਾਂ GATT ਇੱਕ ਵਾਸ ਨੋਟ ਐਨ ਆਫੀਸ਼ੀਅਲ ਓਰੀਜੀਨੇਸ਼ਨ, ਇੱਕ ਆਫੀਸ਼ੀਅਲ ਓਰੀਜੀਨੇਸ਼ਨ ਨਹੀਂ ਸੀਗਾ ਜਿਹੜਾ ਕਿ ਆਪਣੇ ਡਿਸੀਜ਼ਨ ਨੂੰ ਲਾਗੂ ਕਰਵਾ ਸਕਦਾ। ਇਨ ਫੈਕਟ ਇਹ ਐਗਰੀਮੈਂਟ ਸੀਗਾ, ਸਮਝੌਤਾ। ਐਗਰੀਮੈਂਟ ਕੀ ਹੁੰਦਾ ਹੈ? ਸਮਝੌਤਾ ਹੁੰਦਾ ਹੈ ਮੈਂਬਰ ਦੇਸ਼ਾਂ ਦੇ ਵਿੱਚ that were involved in international trade। ਉਹ ਦੇਸ਼ ਜਿਹੜੇ ਕਿ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਸ਼ਾਮਲ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਸਮਝੌਤਾ ਹੋ ਗਿਆ ਆਪਸ ਦੇ ਵਿੱਚ। ਉਹਨਾਂ ਸਮਝੌਤਾ ਕਰਵਾਉਣ ਦੇ ਵਿੱਚ ਇਹ ਜਿਹੜਾ GATT ਹੈ ਇਹ ਹੈਲਪ ਕਰਦਾ ਸੀ। ਉਹ ਰੂਲਸ ਬਣਾਤੇ, ਰੈਗੂਲੇਸ਼ਨ ਬਣਾਤੇ, ਉਹਨਾਂ ਡਿਸੀਜ਼ਨਸ ਨੂੰ ਐਨਫੋਰਸ ਨਹੀਂ ਕਰਵਾ ਸਕਦੇ, ਲਾਗੂ ਨਹੀਂ ਕਰਵਾ ਸਕਦੇ। ਇਸ GATT ਦਾ ਜਿਹੜਾ ਮੇਨ ਉਦੇਸ਼ ਹੈ, ਮੇਨ ਓਬਜੈਕਟਿਵ ਹੈ, ਉਹ ਇਹ ਸੀਗਾ ਕਿ ਅਸੀਂ ਜਿਹੜੇ ਟੈਰਿਫ ਹੈ, ਟੈਰਿਫ ਕੀ ਹੁੰਦਾ? ਕਸਟਮ ਡਿਊਟੀ। ਮਤਲਬ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਜਦੋਂ ਵਸਤੂਆਂ ਅਤੇ ਸੇਵਾਵਾਂ ਆਯਾਤ ਅਤੇ ਨਿਰਯਾਤ ਹੁੰਦੀਆਂ ਨੇ, ਉਸ 'ਤੇ ਜਿਹੜੀ ਅਸੀਂ ਕਸਟਮ ਡਿਊਟੀ ਲਗਾਉਂਦੇ ਹਾਂ ਉਸ ਨੂੰ ਅਸੀਂ ਘਟਾ ਦਿੰਦੇ, ਉਹਨੂੰ ਘਟਾਉਣਾ। ਅਤੇ ਜਿਹੜੇ ਨੋਨ ਟੈਰਿਫ ਬੈਰੀਅਰਸ ਨੇ, ਮਤਲਬ ਕੋਟਾ ਸਿਸਟਮ ਹੈ ਜਾਂ ਹੋਰ ਕਈ ਤਰ੍ਹਾਂ ਦੇ ਜਿਹਨੂੰ ਅਸੀਂ ਨੋਨ ਟ੍ਰੇਡ ਬੈਰੀਅਰਸ ਕਹਿੰਦੇ ਹਾਂ, ਉਸ ਨੂੰ ਘਟਾਉਣਾ ਅਤੇ ਕੰਪੀਟੀਸ਼ਨ ਨੂੰ ਵਧਾਉਣਾ। ਇੱਕ ਦੇਸ਼ ਦਾ ਦੂਸਰੇ ਦੇਸ਼ ਦੇ ਨਾਲ ਪ੍ਰਤੀਯੋਗਿਤਾ ਜਿਹੜੀ ਹੈ ਉਹ ਵਧੇ, ਅਤੇ ਜਿਹੜੇ ਬੈਰੀਅਰਸ ਘਟਾਉਣੇ ਹੈ, ਟੈਰਿਫ ਘਟਾਉਣੇ ਹੈ, ਇਹ ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਤੋਂ, ਬਿਨਾਂ ਕਿਸੇ ਵਿਤਕਰੇ ਤੋਂ ਹੋਣੇ ਚਾਹੀਦੇ। ਇਸ GATT ਦਾ ਵੀ ਜਿਹੜਾ ਉਦੇਸ਼ ਇਹ ਸੀਗਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਵਪਾਰ ਨੂੰ, ਅੰਤਰਰਾਸ਼ਟਰੀ ਵਪਾਰ ਦੇ ਜਿਹੜਾ ਵੋਲਿਊਮ ਹੈ, ਜਿਹੜਾ ਆਕਾਰ ਹੈ, ਉਸ ਦਾ ਵਿਸਤਾਰ ਕਰਨਾ। ਵਰਲਡ ਲੈਵਲ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਉਤਪਾਦਨ ਅਤੇ ਉਤਪਾਦਕਤਾ ਦੇ ਵਿੱਚ ਵਾਧਾ ਕਰਨਾ, ਅਤੇ ਜਿਹੜੇ ਵੀ ਰਿਸੋਰਸਿਸ ਨੇ, ਸਾਧਨ ਨੇ, ਉਹਨਾਂ ਦਾ ਪੂਰੀ ਤਰ੍ਹਾਂ ਇਸਤੇਮਾਲ ਕਰਨਾ ਅਤੇ ਉਸ ਦਾ ਵਿਕਾਸ ਕਰਨਾ, ਅਤੇ ਅੰਤਰਰਾਸ਼ਟਰੀ ਪੱਧਰ 'ਤੇ ਲੋਕਾਂ ਦੀ, ਕਮਿਊਨਿਟੀ ਦੀ ਜਿਹੜਾ ਰਹਿਣ ਸਹਿਣ ਦਾ ਸਤਰ ਹੈ ਉਸ ਦੇ ਵਿੱਚ ਵਾਧਾ ਕਰਨਾ। ਅਤੇ GATT ਦੇ ਦਾ ਜਿਹੜਾ ਆਧਾਰ ਹੈ ਉਹ ਬੇਸਿਕਲੀ 3 ਫੰਡਾਮੈਂਟਲ ਪ੍ਰਿੰਸੀਪਲਸ ਕੀ ਹੁੰਦੇ ਹਨ? ਸਿਧਾਂਤ। 3 ਮੁੱਖ ਸਿਧਾਂਤਾਂ ਤੇ ਇਹ GATT ਦਾ ਓਰੀਜਨ ਜਿਹੜਾ ਇਹ ਕੀ ਸੀਗਾ ਕਿ ਬਿਨਾਂ ਕਿਸੇ ਵਿਤਕਰੇ ਤੋਂ ਟ੍ਰੇਡ ਹੋਣਾ ਚਾਹੀਦਾ, ਵਪਾਰ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਜਿਹੜੇ ਡਿਵੈਲਪਿੰਗ ਕੰਟਰੀਜ਼ ਨਾਲ ਵਿਵਹਾਰ ਕੁਛ ਹੋਰ ਹੋਵੇ ਅਤੇ ਵਿਕਸਿਤ ਦੇਸ਼ਾਂ ਦੇ ਨਾਲ ਕੁਛ ਹੋਰ। ਫਿਰ ਦੂਸਰਾ ਜਿਹੜਾ ਪ੍ਰਿੰਸੀਪਲ ਸੀਗਾ ਇਹਨਾਂ GATT ਦਾ, ਉਹ ਸੀਗਾ ਕਿ ਨੋਨ ਟੈਰਿਫ ਬੈਰੀਅਰਸ, ਜਿਸ ਤਰ੍ਹਾਂ ਮੈਂ ਕਈ ਵਾਰ ਦੱਸ ਚੁੱਕਿਆ, ਕੋਟਾ ਸਿਸਟਮ, ਇਸ ਨੂੰ ਅਸੀਂ ਖਤਮ ਕਰਨਾ। ਫਿਰ ਜੇ ਕਿਸੇ ਮੈਂਬਰ ਕੰਟਰੀ ਦੇ ਵਿੱਚ ਕੋਈ ਡਿਸਐਗਰੀਮੈਂਟ, ਕੋਈ ਸਹਿਮਤੀ ਨਹੀਂ ਬਣਦੀ, ਤਾਂ ਉਸ ਨੂੰ ਕੰਸਲਟੇਸ਼ਨ ਰਾਹੀਂ, ਆਪਸ 'ਚ ਸਹਿਮਤੀ ਰਾਹੀਂ, ਆਪਸ 'ਚ ਮਿਲਵਰਤਨ ਰਾਹੀਂ ਉਸ ਡਿਸਐਗਰੀਮੈਂਟ ਨੂੰ, ਅਸਹਿਮਤੀ ਨੂੰ ਕੀ ਕਰਨਾ ਹੈ? ਦੂਰ ਕਰਨਾ, ਲੜਾਈ ਝਗੜਾ ਨਹੀਂ ਕਰਨਾ। ਤਾਂ ਇੱਕ ਟੇਬਲ ਅਸੀਂ 11.1 ਇੱਕ ਟੇਬਲ ਹੈ, ਉਸ ਟੇਬਲ ਦੇ ਵਿੱਚ ਅਸੀਂ ਦੱਸਿਆ ਹੈ ਕਿ 1947 ਦੇ ਵਿੱਚ ਜਨੀਵਾ ਦੇ ਵਿੱਚ ਕਾਨਫਰੰਸ ਹੋਈ, ਇੱਕ ਰਾਉਂਡ ਹੋਇਆ, ਜਿਸ ਦਾ
ਸਬਜੈਕਟ ਸੀਗਾ ਕਿ ਟੈਰਿਫ ਨੂੰ ਰਿਡਿਊਸ ਕਰਨਾ ਹੈ, ਇਸ ਦੇ ਵਿੱਚ 23 ਮੈਂਬਰ ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ। ਫਿਰ 1949 ਦੇ ਵਿੱਚ ਵੀ ਇਹੀ ਟੈਰਿਫ ਰਿਡਕਸ਼ਨ ਸੀਗਾ, ਜਿਸ 'ਚ 13 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ। 1951 ਵਿੱਚ ਵੀ ਟੈਰਿਫ ਰਿਡਕਸ਼ਨ ਅਤੇ 1956 ਦੇ ਵਿੱਚ ਵੀ ਟੈਰਿਫ ਰਿਡਕਸ਼ਨ ਸੀਗੀ, ਜਿਸ ਦੇ ਵਿੱਚ 38 ਅਤੇ 26 ਕੰਟਰੀ ਨੇ 38 ਐਂਡ 26 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ। ਫਿਰ 61 ਦੇ ਵਿੱਚ ਟੈਰਿਫ ਰਿਡਕਸ਼ਨ ਆਬਜੈਕਟਿਵ ਦੇ ਨਾਲ ਹੀ 26 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ। ਫਿਰ 64 ਤੋਂ ਲੈ ਕੇ 67 ਤੱਕ ਟੈਰਿਫਸ ਨੂੰ ਰਿਡਿਊਸ ਕਰਨਾ ਅਤੇ ਐਂਟੀ ਡੰਪਿੰਗ ਮੇਜਰਸ, ਐਂਟੀ ਡੰਪਿੰਗ ਹੁੰਦਾ ਹੈ ਕਿ ਵਸਤੂਆਂ ਨੂੰ ਜਮ੍ਹਾਂ ਕਰ ਲੈਣਾ, ਉਸ ਦੇ ਅਗੇਂਸਟ ਕੀ ਮੇਜਰਸ ਅਸੀਂ ਲੈ ਸਕਦੇ ਹਾਂ। 62 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ। ਫਿਰ ਟੋਕੀਓ ਦੇ ਵਿੱਚ 73 ਤੋਂ 79 ਤੱਕ ਟੋਕੀਓ ਰਾਊਂਡ ਜਿਹਨੂੰ ਕਹਿੰਦੇ ਆ, ਟੈਰਿਫ ਅਤੇ ਨੌਨ ਟੈਰਿਫ ਬੈਰੀਅਰਸ ਨੂੰ ਘਟਾਉਣਾ ਹੈ। ਉਸ ਦੇ ਵਿੱਚ 102 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ। ਫਿਰ ਯੂਰੋਪੀਅਨ ਰਾਊਂਡ, ਜਿਸ ਨੂੰ ਅਸੀਂ ਬਹੁਤ ਹੀ ਇੰਪੋਰਟੈਂਟ ਰਾਊਂਡ ਹੈ, ਜਿਸ ਨੂੰ ਜਿਹੜਾ 1986 ਤੋਂ ਲੈ ਕੇ 94 ਤੱਕ ਹੋਇਆ, ਇਸ ਦੇ ਵਿੱਚ ਟੈਰਿਫ, ਨੌਨ ਟੈਰਿਫ ਬੈਰੀਅਰਸ, ਸਰਵਿਸਿਜ਼, ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ, ਡਿਸਪਿਊਟ ਸੈਟਲਮੈਂਟਸ ਅਤੇ ਟੈਕਸਟਾਈਲ ਐਗਰੀਕਲਚਰ ਕ੍ਰੀਏਸ਼ਨ ਆਫ WTO, ਇਹ ਇਹਨਾਂ ਦੇ ਮੇਨ ਸਬਜੈਕਟ ਸੀਗੇ। ਇਹ ਬਹੁਤ ਹੀ ਇੰਪੋਰਟੈਂਟ ਰਾਊਂਡ ਸੀਗਾ। ਇਸ ਤੋਂ 1994 ਤੋਂ ਬਾਅਦ, ਇਸ ਯੂਰੋਪੀਅਨ ਰਾਊਂਡ ਤੋਂ ਬਾਅਦ ਹੀ WTO ਦੀ ਹੋਂਦ ਆਈ। ਇਸ ਰਾਊਂਡ ਤੋਂ ਬਾਅਦ, ਜਿਸ ਦੇ ਵਿੱਚ 123 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ, WTO 1995 ਦੇ ਵਿੱਚ ਹੋਂਦ ਦੇ ਵਿੱਚ ਆਇਆ। ਅਤੇ ਉਸ ਤੋਂ ਬਾਅਦ ਦੋਹਾ ਰਾਊਂਡ, WTO ਤੋਂ ਬਾਅਦ ਕਈ ਤਰ੍ਹਾਂ ਦੇ ਰਾਊਂਡ ਸ਼ੁਰੂ ਹੋਏ, ਜਿਹਦਾ ਪਹਿਲਾ ਰਾਊਂਡ ਦੋਹਾ ਦੇ ਵਿੱਚ ਹੋਇਆ, ਜਿਸ ਦੇ ਵਿੱਚ ਐਗਰੀਕਲਚਰ, ਸਰਵਿਸਿਜ਼, ਇੰਟੈਲੈਕਚੁਅਲ ਪ੍ਰੋਪਰਟੀ ਰਾਈਟ, ਕੰਪੀਟੀਸ਼ਨ, ਇਨਵੈਸਟਮੈਂਟ, ਇਨਵਾਇਰਨਮੈਂਟ ਅਤੇ ਡਿਸਪਿਊਟ ਸੈਟਲਮੈਂਟ ਵਿਸ਼ਿਆਂ ਨੂੰ ਡਿਸਕਸ ਕੀਤਾ ਗਿਆ, ਜਿਸ ਦੇ ਵਿੱਚ 147 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ। ਤਾਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਯੂਰੋਪੀਅਨ ਰਾਊਂਡ ਦੇ ਵਿੱਚ, ਜਿਹੜਾ ਕਿ 8th ਰਾਊਂਡ ਸੀਗਾ ਗੈਟ ਦਾ, ਜਿਸ ਦੇ ਵਿੱਚ 123 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ ਅਤੇ ਇਸ ਦੇ ਵਿੱਚ ਇਹ ਐਗਰੀ ਕੀਤੀ ਕਿ ਟ੍ਰੇਡ ਆਰਗੇਨਾਈਜੇਸ਼ਨ ਬਣਾਈ ਜਾਵੇ, ਜਿਸ ਨੂੰ ਅਸੀਂ WTO ਕਹਿੰਦੇ ਹਾਂ। ਇਸ ਦਾ ਹੈੱਡਕੁਆਰਟਰ ਜਨੀਵਾ ਦੇ ਵਿੱਚ ਹੈ, ਜਿਹੜਾ ਕਿ ਸਵਿਟਜ਼ਰਲੈਂਡ 'ਚ ਹੈ। ਅਤੇ ਦੋਹਾ ਡਿਵੈਲਪਮੈਂਟ ਰਾਊਂਡ 2001 ਦੇ ਵਿੱਚ ਹੋਇਆ, ਜਿਹੜਾ ਕਿ WTO ਦਾ ਪਹਿਲਾ ਰਾਊਂਡ ਸੀ। ਤਾਂ WTO ਦੇ ਜਿਹੜੇ ਆਬਜੈਕਟਿਵਸ ਨੇ, ਉਹ ਕੀ ਆਬਜੈਕਟਿਵਸ ਨੇ, ਕੀ ਉਦੇਸ਼ ਨੇ WTO ਦੇ, ਉਹ ਆਪਾਂ ਡਿਸਕਸ ਕਰਾਂਗੇ। WTO ਦਾ ਕਈ ਇੰਪੋਰਟੈਂਟ ਆਬਜੈਕਟਿਵ ਜਿਹਨੂੰ ਕਹਿੰਦੇ ਆ ਉਦੇਸ਼ ਹੈ। ਇਸ ਉਦੇਸ਼ ਦੇ ਵਿੱਚੋਂ ਇਹਨਾਂ ਦਾ ਉਦੇਸ਼, ਪਹਿਲਾ ਉਦੇਸ਼ ਸੀਗਾ ਕਿ ਇੱਕ ਨਵਾਂ ਵਰਲਡ ਟ੍ਰੇਡ ਸਿਸਟਮ, ਨਵਾਂ ਵਪਾਰਿਕ ਪ੍ਰਣਾਲੀ ਜਿਹੜੀ ਹੈ ਉਹ ਬਣਾਈ ਜਾਵੇ ਅਤੇ ਲਾਗੂ ਕਰੀ ਜਾਵੇ। ਇਹ ਲਾਗੂ ਕਿਸ ਤਰ੍ਹਾਂ ਕਰਨੀ ਹੈ? ਜੋ ਵੀ ਐਗਰੀਮੈਂਟਸ ਨੇ ਮੈਂਬਰ ਦੇਸ਼ਾਂ ਦੇ ਵਿਚਕਾਰ, ਉਹਨਾਂ ਐਗਰੀਮੈਂਟਸ ਨੂੰ, ਉਹਨਾਂ ਸਮਝੌਤਿਆਂ ਨੂੰ ਲਾਗੂ ਕਰਨਾ, ਤਾਂ ਕਿ ਅੰਤਰਰਾਸ਼ਟਰੀ ਪੱਧਰ 'ਤੇ ਨਵਾਂ ਵਪਾਰ ਸਿਸਟਮ ਜਿਹੜਾ ਹੈ ਸ਼ੁਰੂ ਕੀਤਾ ਜਾਵੇ। ਇਸ ਦਾ ਫਿਰ ਦੂਸਰਾ ਜਿਹੜਾ ਆਬਜੈਕਟਿਵ ਹੈ ਕਿ ਵਰਲਡ ਟ੍ਰੇਡ ਨੂੰ, ਅੰਤਰਰਾਸ਼ਟਰੀ ਵਪਾਰ ਦੇ ਵਿੱਚ ਇਸ ਤਰੀਕੇ ਦੇ ਨਾਲ ਵਾਧਾ ਕਰਨਾ, ਪ੍ਰਮੋਟ ਕਰਨਾ ਕਿ ਉਸ ਦੇ ਨਾਲ ਹਰੇਕ ਮੈਂਬਰ ਦੇਸ਼ ਨੂੰ ਬੈਨੀਫਿਟ ਹੋਵੇ, ਹਰੇਕ ਮੈਂਬਰ ਦੇਸ਼ ਨੂੰ ਲਾਭ ਹੋਵੇ। ਫਿਰ ਤੀਸਰਾ ਜਿਹੜਾ ਆਬਜੈਕਟਿਵ ਹੈ ਕਿ ਇਸ ਗੱਲ ਨੂੰ ਐਨਸ਼ੋਰ ਕਰਨਾ, ਇਸ ਗੱਲ ਨੂੰ ਪੱਕਾ ਯਕੀਨੀ ਬਣਾਉਣਾ ਕਿ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ, ਜਿਹੜੇ ਵਿਕਾਸ ਕਰ ਰਹੇ ਦੇਸ਼ ਨੇ, ਉਹਨਾਂ ਨੂੰ ਇਸ ਐਡਵਾਂਟੇਜ, ਜੋ ਵੀ ਵਰਲਡ ਟ੍ਰੇਡ ਦਾ ਐਡਵਾਂਟੇਜ ਹੋਏਗਾ, ਉਸ ਦੇ ਵਿੱਚ ਉਹਨਾਂ ਨੂੰ ਜਿਹੜਾ ਹਿੱਸਾ ਹੈ ਉਹ ਚੰਗਾ ਮਿਲੇ। ਅੰਤਰਰਾਸ਼ਟਰੀ ਵਪਾਰ ਦੇ ਵਿੱਚ ਉਹਨਾਂ ਦਾ ਜਿਹੜਾ ਹਿੱਸਾ ਹੈ, ਕੰਟਰੀਬਿਊਸ਼ਨ ਹੈ, ਉਹਨਾਂ ਦਾ ਜਿਹੜਾ ਸ਼ੇਅਰ ਹੈ, ਉਹ ਵਧਣਾ ਚਾਹੀਦਾ, ਘਟਣਾ ਨਹੀਂ ਚਾਹੀਦਾ। ਫਿਰ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਚੌਥਾ ਆਬਜੈਕਟਿਵ ਹੈ ਕਿ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਵਾਧਾ ਕਰਨ ਦੇ ਲਈ ਜਿਹੜੀਆਂ ਵੀ ਰੁਕਾਵਟਾਂ ਆਉਂਦੀਆਂ, ਚਾਹੇ ਟੈਰਿਫ ਸਿਸਟਮ ਹੈ, ਚਾਹੇ ਨੌਨ ਟੈਰਿਫ ਸਿਸਟਮ ਹੈ, ਉਸ ਨੂੰ, ਉਹ ਹਰਡਲਸ ਨੂੰ, ਉਹਨਾਂ ਰੁਕਾਵਟਾਂ ਨੂੰ ਕੀ ਕਰਨਾ ਹੈ, ਦੂਰ ਕਰਨਾ, ਤਾਂ ਕਿ ਵਰਲਡ ਟ੍ਰੇਡ ਸਿਸਟਮ ਜਿਹੜਾ ਹੈ ਜਿੰਨਾ ਕੁ ਓਪਨ ਹੋ ਸਕਦਾ ਉਹਨਾਂ ਨੂੰ ਓਪਨ ਕੀਤਾ ਜਾ ਸਕੇ, ਤਾਂ ਕਿ ਅੰਤਰਰਾਸ਼ਟਰੀ ਪੱਧਰ 'ਤੇ
ਜਿਹੜਾ ਆਰਥਿਕ ਵਿਕਾਸ ਹੈ ਉਸ ਦੇ ਵਿੱਚ ਤੇਜ਼ੀ ਲਿਆਂਦੀ ਜਾ ਸਕੇ, ਤੇਜ਼ ਕੀਤਾ ਜਾ ਸਕੇ, ਫਾਸਟ ਕੀਤਾ ਜਾ ਸਕੇ। ਫਿਰ ਇਹਨਾਂ ਦਾ ਜਿਹੜਾ 5th ਆਬਜੈਕਟਿਵ ਹੈ ਕਿ ਜਿਹੜੇ ਟ੍ਰੇਡਿੰਗ ਪਾਰਟਨਰਸ ਨੇ, ਜਿਹੜੇ ਮੈਂਬਰ ਕੰਟਰੀਜ਼ ਨੇ, ਉਹਨਾਂ ਵਿੱਚ ਜਿਹੜਾ ਪ੍ਰਤੀਯੋਗਿਤਾ ਹੈ ਉਹਦੇ ਵਿੱਚ ਵਾਧਾ ਕਰਨਾ। ਪ੍ਰਤੀਯੋਗਿਤਾ ਵਿੱਚ ਵਾਧਾ ਕਰਨ ਦੇ ਨਾਲ ਕੀ ਹੋਏਗਾ ਕਿ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਘੱਟ ਕੀਮਤ ਤੇ ਵੈਰਾਈਟੀ ਆਫ ਗੁੱਡਸ, ਜ਼ਿਆਦਾ ਵਸਤੂਆਂ ਜਿਹੜੀਆਂ ਨੇ ਉਪਲਬਧ ਹੋਣਗੀਆਂ, ਤਾਂ ਕਿ ਕੰਜ਼ਿਊਮਰਸ ਨੂੰ, ਉਪਭੋਗਤਾ ਨੂੰ ਉਸ ਦਾ ਲਾਭ ਹੋਵੇ, ਬੈਨੀਫਿਟ ਹੋਵੇ। ਠੀਕ ਹੈ ਜੀ। ਫਿਰ 6th ਜਿਹੜਾ ਆਬਜੈਕਟਿਵ ਹੈ ਕਿ ਪ੍ਰੋਡਕਸ਼ਨ ਅਤੇ ਪ੍ਰੋਡਕਟਿਵਿਟੀ ਦੇ ਵਿੱਚ ਵਾਧਾ ਕਰਨਾ, ਉਤਪਾਦਨ ਅਤੇ ਉਤਪਾਦਕਤਾ ਵਿੱਚ ਵਾਧਾ ਕਰਨਾ, ਤਾਂ ਕਿ ਵਰਲਡ ਲੈਵਲ ਦੇ ਉੱਤੇ ਇੰਪਲੋਇਮੈਂਟ ਨੂੰ ਵਧਾਇਆ ਜਾ ਸਕੇ। ਜਦੋਂ ਪ੍ਰੋਡਕਸ਼ਨ ਕਰਾਂਗੇ, ਜ਼ਿਆਦਾ ਪ੍ਰੋਡਕਸ਼ਨ ਕਰਾਂਗੇ, ਵੱਡੇ ਪੱਧਰ ਦੇ ਉਤਪਾਦਨ ਕਰਾਂਗੇ, ਤਾਂ ਜ਼ਿਆਦਾ ਉਤਪਾਦਨ ਕਰਨ ਦੇ ਲਈ ਜ਼ਿਆਦਾ ਲੋਕਾਂ ਨੂੰ ਕੰਮ ਤੇ ਲਗਾਉਣਾ ਪਏਗਾ, ਜਿਸ ਦੇ ਨਾਲ ਰੁਜ਼ਗਾਰ ਦੇ ਵਿੱਚ ਵਾਧਾ ਹੋਵੇਗਾ। ਫਿਰ ਨੈਕਸਟ ਆਬਜੈਕਟਿਵ ਕਿ ਜਿਹੜੇ ਵਰਲਡ ਲੈਵਲ ਦੇ ਜਿਹੜੇ ਰਿਸੋਰਸਿਸ ਨੇ ਉਹਨਾਂ ਦਾ ਪਹਿਲਾਂ ਤਾਂ ਜਿਹੜੇ ਐਗਜ਼ਿਸਟਿੰਗ ਰਿਸੋਰਸਿਸ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰੀਏ, ਪ੍ਰੋਪਰ ਯੂਟੀਲਾਈਜੇਸ਼ਨ ਹੋਈਏ, ਮੈਕਸਿਮਮ ਦੀ ਯੂਟੀਲਾਈਜੇਸ਼ਨ ਹੋਵੇ, ਅਤੇ ਨਾਲ ਜਿਹੜੇ ਰਿਸੋਰਸਿਸ, ਐਗਜ਼ਿਸਟਿੰਗ ਰਿਸੋਰਸਿਸ ਹਨ, ਜਿਹੜੇ ਹੋਮ ਵਿੱਚ ਰਿਸੋਰਸਿਸ ਹਨ, ਉਹਨਾਂ ਦਾ ਵਿਸਤਾਰ ਕੀਤਾ ਜਾ ਸਕੇ। ਫਿਰ ਲਾਸਟ ਆਬਜੈਕਟਿਵ ਹੈ ਕਿ ਗਲੋਬਲ ਪਾਪੂਲੇਸ਼ਨ, ਅੰਤਰਰਾਸ਼ਟਰੀ ਪੱਧਰ ਤੇ ਜਿੰਨੇ ਵੀ ਪਾਪੂਲੇਸ਼ਨ ਉਹਨਾਂ ਦੀ ਰਹਿਣ ਸਹਿਣ ਦੇ ਸਤਰ ਵਿੱਚ ਵਾਧਾ ਕੀਤਾ ਜਾਵੇ ਅਤੇ ਆਰਥਿਕ ਵਿਕਾਸ, ਮੈਂਬਰ ਦੇਸ਼ਾਂ ਦੇ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਉਣੀ ਹੈ। ਤਾਂ ਇਹ WTO ਦੇ ਕੀ ਨੇ ਆਬਜੈਕਟਿਵਸ। ਤਾਂ ਜਿਹੜੇ ਗਾਈਡਿੰਗ ਪ੍ਰਿੰਸੀਪਲਸ ਹੈ WTO ਦੇ, ਉਹ ਵੀ ਆਲਮੋਸਟ ਗੈਟ ਵਾਲੇ ਹੀ ਹੈ। ਤਾਂ ਇਹਨਾਂ ਦਾ ਜਿਹੜਾ ਪ੍ਰਿੰਸੀਪਲਸ ਨੇ, ਜਿਨ੍ਹਾਂ ਸਿਧਾਂਤਾਂ ਤੇ ਇਹ WTO ਬਣਿਆ, ਉਹ ਇਹ ਹੈ ਕਿ ਜਿਹੜੇ ਰੂਲਸ ਅਸੀਂ ਬਣਾਉਣੇ ਹੈ ਇੰਟਰਨੈਸ਼ਨਲ ਟ੍ਰੇਡ ਲੈਵਲ ਦੇ, ਉਹ ਨੋਨ ਡਿਸਕ੍ਰਿਮੀਨੇਟਰੀ ਹੋਣੇ ਚਾਹੀਦੇ हैं, ਵਿਤਕਰੇ ਵਾਲੇ ਨਹੀਂ ਹੋਣੇ ਚਾਹੀਦੇ। ਇਹ ਨਹੀਂ ਕਿ ਵਿਕਸਿਤ ਦੇਸ਼ਾਂ ਦੇ ਲਈ ਰੂਲਸ ਕੁਛ ਹੋਰ ਹੋਣ ਅਤੇ ਅਲਵਿਕਸਿਤ ਦੇਸ਼ਾਂ ਦੇ ਲਈ ਕੁਛ ਹੋਰ ਹੋਣ। ਠੀਕ ਹੈ। ਸੇਮ ਟ੍ਰੀਟਮੈਂਟ ਜਿਹੜਾ ਹੈ, ਸੇਮ ਤਰ੍ਹਾਂ ਦਾ ਵਿਵਹਾਰ ਜਿਹੜਾ ਹੈ ਉਹ ਮੈਂਬਰ ਦੇਸ਼ਾਂ ਦੇ ਵਿੱਚ ਦੂਸਰੇ ਦੇਸ਼ਾਂ ਵਿੱਚ ਮਿਲਣਾ ਚਾਹੀਦਾ, ਜਿਹੜੀਆਂ ਕਿ ਡੋਮੈਸਟਿਕ ਗੁੱਡਸ ਦੇ ਮਤਲਬ ਘਰੇਲੂ ਵਸਤੂਆਂ ਦੇ ਵਿੱਚ ਵਸਤੂਆਂ ਨੂੰ ਮਿਲਦਾ, ਮਤਲਬ ਕਿ ਫੋਰਨ ਗੁੱਡਸ ਅਤੇ ਡੋਮੈਸਟਿਕ ਗੁੱਡ ਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਚਾਹੀਦੀ। ਫਿਰ ਜਿਹੜੇ ਵੀ ਵਪਾਰ ਦੇ ਨਾਲ ਸੰਬੰਧਿਤ ਬੈਰੀਅਰਸ ਨੇ, ਰੁਕਾਵਟਾਂ ਨੇ, ਚਾਹੇ ਉਹ ਟੈਰਿਫ ਬੈਰੀਅਰਸ ਨੇ ਚਾਹੇ ਨੋਨ ਟੈਰਿਫ ਬੈਰੀਅਰਸ ਨੇ, ਉਹਨਾਂ ਨੂੰ ਡਿਸਮੈਂਟਲ ਕਰਨਾ ਚਾਹੀਦਾ, ਉਸ ਨੂੰ ਤੋੜਨਾ ਚਾਹੀਦਾ, ਉਹਨਾਂ ਨੂੰ ਖਤਮ ਕਰਨਾ ਚਾਹੀਦਾ, ਤਾਂ ਕਿ ਅੰਤਰਰਾਸ਼ਟਰੀ ਵਪਾਰ ਜਿਹੜਾ ਹੈ ਉਹ ਫ੍ਰੀ ਹੋ ਸਕੇ, ਸੁਤੰਤਰ ਹੋ ਸਕੇ, ਆਜ਼ਾਦ ਹੋ ਸਕੇ। ਅਤੇ ਤੀਸਰਾ ਜਿਹੜਾ ਪ੍ਰਿੰਸੀਪਲ ਹੈ ਜਿਸ ਦੇ ਬੇਸ ਤੇ WTO ਦੀ ਫਾਊਂਡੇਸ਼ਨ ਹੈ, ਉਹ ਹੈ ਕਿ ਜਿਹੜੇ ਅਲਵਿਕਸਿਤ ਦੇਸ਼ ਹੈ ਜਾਂ ਲੈਸ ਡਿਵੈਲਪ ਕੰਟਰੀਜ਼ ਹੈ, ਉਹਨਾਂ ਨੂੰ ਵਪਾਰ ਦੀ ਸ਼ਰਤਾਂ ਮਿਲਣੀ ਚਾਹੀਦੀ ਹੈ, ਉਹਨਾਂ ਨੂੰ ਪ੍ਰੈਫਰੈਂਸ ਮਿਲਣੀ ਚਾਹੀਦੀ ਹੈ ਐਜ਼ ਫਾਰ ਐਜ਼ ਟਰਮਸ ਆਫ ਟ੍ਰੇਡ ਆਰ ਕੰਸਰਨਡ। ਇਹ ਸੀਗਾ ਸਟਰਕਚਰ ਆਫ WTO, ਗਾਈਡਿੰਗ ਪ੍ਰਿੰਸੀਪਲਸ ਆਫ WTO। ਹੁਣ ਅਸੀਂ ਡਿਸਕਸ ਕਰਦੇ ਹਾਂ ਕਿ WTO ਦੀ ਸਟਰਕਚਰ ਕੀ ਹੈ, ਰਚਨਾ ਕੀ ਹੈ। ਰਚਨਾ WTO ਦੀ 4 ਲੈਵਲ ਤੇ ਹੈ, ਲੈਵਲ 1, ਲੈਵਲ 2, ਲੈਵਲ 3 ਐਂਡ ਲੈਵਲ 4। ਸਭ ਤੋਂ ਬੜੀ ਗੱਲ ਇਹ ਹੈ ਕਿ WTO UNO ਦੀ ਇੱਕ ਏਜੰਸੀ ਨਹੀਂ ਹੈ, ਜਿਸ ਤਰ੍ਹਾਂ ਕਿ IMF ਅਤੇ ਵਰਲਡ ਬੈਂਕ। ਜਿਹੜਾ WTO ਹੈ ਇੱਕ ਇੰਡੀਪੈਂਡੈਂਟ ਸਟੇਟਸ ਹੈ ਇਹਦਾ, WTO ਦਾ, ਜਿਹੜਾ ਕਿ ਸੁਤੰਤਰ ਰੂਪ ਵਿੱਚ ਕੰਮ ਕਰਦਾ ਹੈ, ਜੋ ਐਟ ਦਾ ਬਿਹੈਸਟ ਆਫ ਮੈਂਬਰਸ਼ਿਪ, ਜੋ ਮੈਂਬਰ ਕੰਟਰੀਜ਼ ਨੇ ਉਹਨਾਂ ਦੇ ਅਨੁਸਾਰ ਕੰਮ ਕਰਦਾ ਹੈ। ਅਤੇ ਇਸ ਦੀ ਜਿਹੜੀ ਨੇਚਰ ਹੈ, ਜਿਹੜੀ ਪ੍ਰਕਿਰਤੀ ਹੈ, ਉਹ ਲੋਕਤਾਂਤਰਿਕ ਹੈ, ਡੈਮੋਕ੍ਰੈਟਿਕ ਹੈ। ਜਿਸ ਤਰ੍ਹਾਂ ਕਿ ਇਹ ਫੋਲੋ ਕਰਦਾ ਹੈ 1 country 1 vote ਪ੍ਰਿੰਸੀਪਲ, ਮਤਲਬ ਇੱਕ ਦੇਸ਼ ਇੱਕ ਵੋਟ ਦੇ ਸਿਧਾਂਤ ਦੇ ਆਧਾਰ ਤੇ ਇਹ ਕੰਮ ਕਰਦਾ, ਮਤਲਬ ਇਟਸ ਨੋਟ ਲਾਈਕ IMF ਐਂਡ ਵਰਲਡ ਬੈਂਕ। ਤਾਂ ਜਿਹੜੀ 4 ਲੈਵਲ ਤੇ 4 ਸਟੇਜਿਸ ਦੇ ਵਿੱਚ ਇਹਦੀ ਜਿਹੜੀ ਸਟਰਕਚਰ ਹੈ, ਤਾਂ ਪਹਿਲੀ ਲੈਵਲ ਤੇ ਹੈ ਮਿਨਿਸਟਰੀਅਲ ਕਾਨਫਰੰਸ,
ਜਿਹਨੂੰ MC ਕਹਿੰਦੇ ਨੇ, ਇਹ ਇੱਕ ਸਿਖਰ ਦੀ ਆਰਗੇਨਾਈਜੇਸ਼ਨ ਹੈ। WTO ਦੀ ਏਪੈਕਸ ਆਰਗੇਨਾਈਜੇਸ਼ਨ ਹੈ, ਸਭ ਤੋਂ ਟੌਪ ਦੀ ਆਰਗੇਨਾਈਜੇਸ਼ਨ, ਜਿਹੜੀ ਕਿ ਮਲਟੀਲੈਟਰਲ ਟ੍ਰੇਡ ਐਗਰੀਮੈਂਟ ਮਤਲਬ ਬਹੁ ਦੇਸ਼ੀ ਜਿਹੜੇ ਸਮਝੌਤੇ ਹੁੰਦੇ ਨੇ, ਦੋ ਤੋਂ ਜ਼ਿਆਦਾ ਦੇਸ਼ਾਂ ਦੇ ਵਿਚਕਾਰ ਜਿਹੜੇ ਵੀ ਸਮਝੌਤੇ ਹੁੰਦੇ ਨੇ, ਉਹਨਾਂ ਨੂੰ ਲਾਗੂ ਕਰਵਾਉਣ ਦੇ ਵਿੱਚ ਜਿਹੜਾ ਅਲਟੀਮੇਟ ਡਿਸੀਜਨ ਹੈ, ਜਿਹੜੇ ਫਾਈਨਲ ਡਿਸੀਜਨ ਨੇ, ਜਿਹੜੇ ਅੰਤਿਮ ਡਿਸੀਜਨਸ ਨੇ, ਉਹ ਇਸ ਮਿਨਿਸਟੀਰੀਅਲ ਕਾਨਫਰੰਸ ਤੇ ਹੁੰਦੇ। ਤਾਂ ਇਹ ਜਿਹੜੀ ਮਿਨਿਸਟੀਰੀਅਲ ਕਾਨਫਰੰਸ ਹੈ, ਜਿਹਨੂੰ MC ਕਹਿੰਦੇ ਨੇ, ਇਹ 2 ਸਾਲਾਂ ਵਿੱਚ ਇੱਕ ਵਾਰੀ ਮੀਟਿੰਗ ਕਰਦੀ, ਇੱਕ ਵਾਰੀ ਮਿਲਦੀ, ਠੀਕ ਹੈ। ਤਾਂ MC ਇੱਕ ਏਪੈਕਸ ਇੰਸਟੀਚਿਊਟ ਹੈ WTO ਦੀ, ਜਿਹੜੀ ਕਿ ਜਿਹੜੇ ਵੀ ਐਗਰੀਮੈਂਟਸ ਹੁੰਦੇ ਨੇ, ਸਮਝੌਤੇ ਹੁੰਦੇ ਨੇ ਦੇਸ਼ਾਂ ਦੇ ਵਿਚਕਾਰ, ਉਹਨਾਂ ਨੂੰ ਲਾਗੂ ਕਰਵਾਉਂਦੀ ਹੈ, ਅਲਟੀਮੇਟ ਡਿਸੀਜਨਸ ਲੈਂਦੀ ਹੈ, ਫਾਈਨਲ ਡਿਸੀਜਨ ਲੈਂਦੀ ਹੈ, ਅਤੇ 2 ਸਾਲਾਂ ਵਿੱਚ ਇੱਕ ਵਾਰੀ ਮਿਲਦੀ ਹੈ। ਦੂਸਰੇ ਲੈਵਲ ਦੀ ਜਿਹੜੀ ਇਹਦੀ ਆਰਗੇਨਾਈਜੇਸ਼ਨ ਹੈ, ਜਿਹੜੀ ਸਟਰਕਚਰ ਦਾ ਪਾਰਟ ਹੈ, ਉਹਨੂੰ ਅਸੀਂ ਦਾ ਜਨਰਲ ਕੌਂਸਲ ਕਹਿੰਦੇ ਹਾਂ, ਜਿਹਨੂੰ ਅਸੀਂ GC ਕਹਿੰਦੇ ਹਾਂ। ਇਸ ਦੇ ਵਿੱਚ ਜਿੰਨੇ ਵੀ ਮੈਂਬਰ ਕੰਟਰੀਜ਼ ਹੁੰਦੇ ਨੇ WTO ਦੇ, ਉਹਨਾਂ ਦੇ ਪ੍ਰਤੀਨਿਧਿਤਵ ਇਸ ਦੇ ਮੈਂਬਰ ਹੁੰਦੇ। ਤਾਂ ਇਹ ਜਿਹੜੀ ਜਨਰਲ ਕੌਂਸਲ ਹੈ, ਮਿਨਿਸਟਰੀਅਲ ਕਾਨਫਰੰਸ ਦੇ ਬਿਹਾਫ ਤੇ ਕੰਮ ਕਰਦੀ ਹੈ ਅਤੇ ਆਪਣੀ ਰਿਪੋਰਟ ਨੂੰ ਮਿਨਿਸਟਰੀਅਲ ਕੌਂਸਲ ਨੂੰ ਸਬਮਿਟ ਕਰਦੀ ਹੈ। ਇਹ ਜਿਹੜੀ ਜਨਰਲ ਕੌਂਸਲ ਹੈ, ਇਹ ਡਿਸਪਿਊਟ ਸੈਟਲਮੈਂਟ ਬੋਡੀ ਦੇ ਤੌਰ ਤੇ ਵੀ ਕੰਮ ਕਰਦੀ ਹੈ। ਮਤਲਬ ਕਿ ਜੇ ਮੈਂਬਰ ਦੇਸ਼ਾਂ ਦੇ ਵਿਚਕਾਰ ਕੋਈ ਡਿਸਪਿਊਟ ਹੋ ਗਿਆ, ਕੋਈ ਲੜਾਈ ਝਗੜਾ ਹੋ ਗਿਆ, ਉਹਨਾਂ ਨੂੰ ਹੱਲ ਕਰਨ ਦੇ ਵਿੱਚ ਵੀ ਇਹ ਕਰਦੀ ਹੈ, ਅਤੇ ਨਾਲ ਜੋ ਵੀ ਵਪਾਰਿਕ ਨੀਤੀ ਹੈ ਉਸ ਨੂੰ ਰਿਵਿਊ ਵੀ ਕਰਦੀ ਹੈ। ਟ੍ਰੇਡ ਪਾਲਿਸੀ ਰਿਵਿਊ ਬੋਡੀ ਦੇ ਤੌਰ ਤੇ ਵੀ ਇਹ ਜਿਹੜੀ ਦਾ ਜਨਰਲ ਕੌਂਸਲ ਹੈ, ਇਹ ਕੰਮ ਕਰਦੀ ਹੈ। ਤਾਂ ਲੈਵਲ 3 ਦੇ ਉੱਤੇ 3 ਕੌਂਸਲਸ ਹਨ, 3 ਕੌਂਸਲ ਹੁੰਦੀਆਂ। ਇੱਕ ਤਾਂ ਗੁਡਸ ਕੌਂਸਲ, ਵਸਤੂਆਂ ਦੀ ਕੌਂਸਲ, ਇੱਕ ਸਰਵਿਸਿਜ਼ ਕੌਂਸਲ, ਅਤੇ ਇੱਕ ਟ੍ਰੇਡ ਰਿਲੇਟਿਡ ਐਸਪੈਕਟਸ ਆਫ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ, ਜਿਹਨੂੰ ਅਸੀਂ ਟ੍ਰਿਪਸ ਕਹਿੰਦੇ ਹਾਂ, ਟ੍ਰੇਡ ਰਿਲੇਟਿਡ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਨਾਲ ਸੰਬੰਧਿਤ ਇੱਕ ਕੌਂਸਲ ਹੈ। ਮਤਲਬ ਗੁਡਸ, ਸਰਵਿਸਿਜ਼ ਅਤੇ ਟ੍ਰਿਪਸ ਨਾਲ ਰਿਲੇਟਿਡ ਕੌਂਸਲਸ ਹੁੰਦੀਆਂ, ਜਿਹੜੀਆਂ ਕਿ GC ਦੇ ਅੰਡਰ, ਮਤਲਬ ਕਿ ਜਨਰਲ ਕੌਂਸਲ ਦੇ ਅੰਡਰ ਕੀ ਹੈ, ਕੰਮ ਕਰਦੀਆਂ। ਇਹ ਜਿਹੜੀ ਕੌਂਸਲ ਹੈ, ਜਿਹੜੀਆਂ ਕੌਂਸਲਸ ਨੇ, 3 ਕੌਂਸਲ ਜਿਹੜੀਆਂ ਨੇ, ਇਹ ਡਿਫਰੈਂਟ ਏਰੀਆਜ਼, ਵੱਖ-ਵੱਖ ਏਰੀਆਜ਼ ਦੇ ਵਿੱਚ ਨੂੰ ਡੀਲ ਕਰਦੀਆਂ ਨੇ, ਕੰਮ ਕਰਦੀਆਂ ਨੇ, ਅਤੇ ਆਪਣੀ ਰਿਪੋਰਟ ਨੂੰ ਜਨਰਲ ਕੌਂਸਲ ਨੂੰ ਦਿੰਦੀਆਂ। ਤਾਂ ਜਨਰਲ ਕੌਂਸਲ ਆਪਣੀ ਰਿਪੋਰਟ ਮਿਨਿਸਟਰੀ ਕੌਂਸਲ ਨੂੰ ਦਿੰਦੀ ਹੈ, ਅਤੇ ਜਿਹੜੀ 3 ਲੈਵਲ ਦੀ ਜਿਹੜੀ ਗੁਡਸ, ਸਰਵਿਸਿਜ਼ ਅਤੇ ਟ੍ਰਿਪਸ ਨਾਲ ਰਿਲੇਟਿਡ ਜਿਹੜੀ ਕੌਂਸਲਸ ਨੇ, ਉਹ ਆਪਣੀ ਰਿਪੋਰਟ ਜਨਰਲ ਕੌਂਸਲ ਨੂੰ ਸਬਮਿਟ ਕਰਦੀ ਹੈ। ਇਸ ਤੋਂ ਇਲਾਵਾ 3 ਹੋਰ ਕਮੇਟੀਜ਼ ਹੈ ਇਸ 3 ਲੈਵਲ ਦੇ ਉੱਤੇ, 3 ਲੈਵਲ ਤੇ। ਇੱਕ ਪੇਮੈਂਟ ਰੈਸਟ੍ਰਿਕਸ਼ਨਸ ਦੇ ਨਾਲ ਰਿਲੇਟਿਡ ਹੈ, ਦ ਕਮੇਟੀ ਔਨ ਜਿਹੜੀ ਕਮੇਟੀ ਹੈ ਬੈਲੈਂਸ ਆਫ ਪੇਮੈਂਟ ਰੈਸਟ੍ਰਿਕਸ਼ਨ ਦੇ ਉੱਤੇ, ਅਤੇ ਇੱਕ ਕਮੇਟੀ ਹੈ ਜਿਹੜੀ ਬਜਟ ਦੇ ਉੱਤੇ, ਅਤੇ ਇੱਕ ਕਮੇਟੀ ਜਿਹੜੀ ਹੈਗੀ ਹੈ ਉਹ ਟ੍ਰੇਡ ਐਂਡ ਡਿਵੈਲਪਮੈਂਟ ਤੇ। ਕਮੇਟੀ ਔਨ ਟ੍ਰੇਡ ਐਂਡ ਡਿਵੈਲਪਮੈਂਟ, ਕਮੇਟੀ ਔਨ ਬੈਲੈਂਸ ਆਫ ਪੇਮੈਂਟ ਰੈਸਟ੍ਰਿਕਸ਼ਨਸ ਐਂਡ ਕਮੇਟੀ ਔਨ ਬਜਟ, ਫਾਈਨਾਂਸ ਐਂਡ ਐਡਮਿਨਿਸਟ੍ਰੇਸ਼ਨ। ਇਹ ਜਿਹੜੀਆਂ ਕਮੇਟੀਜ਼ ਨੇ, ਆਪਣੇ ਫੰਕਸ਼ਨਸ ਜੋ ਵੀ ਇਹਨਾਂ ਨੂੰ ਅਸਾਈਨ ਕੀਤੇ ਗਏ ਹੈ, ਜੋ ਵੀ ਕੰਮ ਇਹਨਾਂ ਨੂੰ ਦਿੱਤੇ ਜਾਂਦੇ ਹੈ, ਉਹ ਕੀ ਕਰਦੇ ਹੈ, ਉਹਨਾਂ ਨੂੰ ਜਨਰਲ ਕੌਂਸਲ ਨੂੰ ਇਹ ਸਬਮਿਟ ਕਰ ਦਿੰਦੇ ਹੈ, ਜੋ ਵੀ ਇਹਨਾਂ ਦੇ ਰਿਪੋਰਟ ਹੁੰਦੀ ਹੈ, ਜੋ ਵੀ ਇਹਨਾਂ ਦੇ ਫੈਸਲੇ। ਤਾਂ ਲੈਵਲ 4 ਤੇ ਕੁਝ ਕਮੇਟੀਜ਼ ਹੁੰਦੀਆਂ ਨੇ ਅਤੇ ਵਰਕਿੰਗ ਗਰੁੱਪਸ ਹੁੰਦੀਆਂ ਨੇ, ਜਿਹੜੀਆਂ ਕਿ ਕੁਝ ਵਿਸ਼ੇਸ਼ ਵਿਸ਼ੇ ਦੇ ਤੌਰ ਤੇ ਕੰਮ ਕਰਦੀਆਂ ਨੇ, ਅਤੇ ਆਪਣੀ ਰਿਪੋਰਟ ਨੂੰ ਹਰ ਲੈਵਲ ਕੌਂਸਲਸ ਨੂੰ ਸਬਮਿਟ ਕਰਦੇ ਹਨ। ਤਾਂ ਮਿਨਿਸਟਰੀਅਲ ਕਾਨਫਰੰਸ ਇੱਕ ਅਪਾਇੰਟ ਕਰਦਾ ਹੈ, ਜਿਹਨੂੰ ਅਸੀਂ ਡਾਇਰੈਕਟਰ ਜਨਰਲ DG ਕਹਿੰਦੇ ਹਾਂ, ਜਿਹੜਾ ਕਿ ਸੈਕਟਰੀਏਟ ਲੈਵਲ ਦਾ ਹੈਡ ਹੁੰਦਾ ਹੈ, ਜਿਹਦੇ ਕੋਲ ਪ੍ਰਸ਼ਾਸਨਿਕ ਰਿਸਪੌਂਸਿਬਿਲਿਟੀ ਹੁੰਦੀ ਹੈ, ਪ੍ਰਸ਼ਾਸਨਿਕ ਜ਼ਿੰਮੇਵਾਰੀ ਹੁੰਦੀ ਹੈ। ਇਸ ਦਾ ਜਿਹੜਾ ਟੈਨਿਓਰ ਹੈ, ਇਸ ਦਾ ਜਿਹੜਾ ਅਵਧੀ ਹੈ, ਉਹ 4 ਸਾਲਾਂ ਦੀ ਹੁੰਦੀ ਹੈ। ਮਤਲਬ ਕਿ ਮਿਨਿਸਟਰੀਅਲ ਕਾਨਫਰੰਸ ਦੇ ਵਿੱਚ ਇੱਕ ਡਾਇਰੈਕਟਰ ਜਨਰਲ ਹੁੰਦਾ ਹੈ, ਜਿਹੜਾ ਕਿ ਹੈਡ ਆਫ ਦਾ ਸੈਕਟਰੀਏਟ ਹੁੰਦਾ ਹੈ, ਜਿਹਦੇ ਕੋਲ ਪੂਰੀ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਹੁੰਦੀਆਂ ਨੇ। ਇਸ ਦਾ ਜਿਹੜਾ ਅਵਧੀ ਹੈ, ਇਹ 4 ਸਾਲਾਂ ਲਈ ਚੁਣਿਆ ਜਾਂਦਾ ਹੈ,
ਇਸ ਦੇ ਇਹਨੂੰ ਅਸਿਸਟ ਕਰਨ ਦੇ ਲਈ, ਇਹਨਾਂ ਨੂੰ ਹੈਲਪ ਕਰਨ ਦੇ ਲਈ ਡਾਇਰੈਕਟਰ ਜਨਰਲ ਨੂੰ 4 ਡਿਪਟੀ ਡਾਇਰੈਕਟਰਸ ਹੁੰਦੇ ਨੇ ਵੱਖ-ਵੱਖ ਮੈਂਬਰ ਦੇਸ਼ਾਂ ਦੇ। ਤਾਂ ਡਾਇਰੈਕਟਰ ਜਨਰਲ ਆਪਣਾ ਜਿਹੜਾ ਹੈ ਐਨੂਅਲ ਬਜਟ ਜਿਹੜਾ ਹੈ ਉਹ WTO ਦੇ ਵਿੱਚ ਪੇਸ਼ ਕਰਦਾ ਹੈ ਅਤੇ ਰਿਕਮੈਂਡੇਸ਼ਨ ਦਿੰਦਾ ਹੈ ਫॉर ਦਾ ਫਾਈਨਲ ਅਪਰੂਵਲ ਬਾਈ ਦਾ GC। ਠੀਕ ਹੈ ਜੀ। ਤਾਂ ਇਹ ਇਸ ਦੀ ਜਿਹੜੀ ਹੈ WTO ਦੀ ਸਟਰਕਚਰ ਹੈ, ਇਸ ਸਟਰਕਚਰ ਨੂੰ ਅਸੀਂ ਇੱਕ ਟੇਬਲ ਦੇ ਰਾਹੀਂ ਵੀ ਪ੍ਰੈਜ਼ੈਂਟ ਕੀਤਾ ਹੋਇਆ ਹੈ। ਤਾਂ ਉਹ ਟੇਬਲ ਜਿਹੜਾ ਹੈ ਤੁਸੀਂ PPT ਦੇ ਰਾਹੀਂ ਦੇਖ ਸਕਦੇ ਹੋ। ਫਿਰ ਅਸੀਂ ਡਿਸਕਸ ਕਰਨਾ ਹੈ ਕਿ WTO ਦੇ ਵਿੱਚ ਕਈ ਐਗਰੀਮੈਂਟ ਹੋਏ। ਇਹ ਜਿਹੜੇ ਐਗਰੀਮੈਂਟਸ ਨੇ ਲਗਭਗ 60 ਐਗਰੀਮੈਂਟਸ ਨੇ, 60 ਐਗਰੀਮੈਂਟਸ ਨੇ ਅਤੇ ਮੈਂਬਰ ਕੰਟਰੀਜ਼ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਇਹਨਾਂ ਨੂੰ ਸਾਈਨ ਕੀਤਾ ਜਾਵੇ। ਸਾਰੇ ਮੈਂਬਰ ਕੰਟਰੀਜ਼ ਆਮ ਤੌਰ ਤੇ ਇਸ ਨੂੰ ਸਾਈਨ ਕਰਦੇ, ਉਹਨਾਂ ਦੇ ਨਾਲ ਸਮਝੌਤਾ ਕਰਕੇ ਹੀ ਇਹ ਐਗਰੀਮੈਂਟਸ ਬਣਾਏ ਜਾਂਦੇ ਨੇ। ਠੀਕ ਹੈ ਜੀ। ਤਾਂ ਇਹ ਐਗਰੀਮੈਂਟ ਦੇ ਵਿੱਚੋਂ ਜਿਹੜਾ ਪਹਿਲਾ ਐਗਰੀਮੈਂਟ ਹੈ ਉਹ ਹੈ GATS, GATS। GATS ਦਾ ਮਤਲਬ ਹੈ ਜਨਰਲ ਐਗਰੀਮੈਂਟਸ ਔਨ ਟ੍ਰੇਡ ਇਨ ਸਰਵਿਸਿਜ਼, ਜਨਰਲ ਐਗਰੀਮੈਂਟਸ ਔਨ ਟ੍ਰੇਡ ਇਨ ਸਰਵਿਸਿਜ਼। ਇਹ ਜਿਹੜਾ GATS ਹੈ ਇਹ ਪਹੁੰਚ ਆਇਆ ਯੂਰੋਪੀਅਨ ਰਾਊਂਡ ਦੇ ਵਿੱਚ। ਇਸ ਐਗਰੀਮੈਂਟ ਦੇ ਵਿੱਚ ਇੰਟਰਨੈਸ਼ਨਲੀ ਟ੍ਰੇਡਡ ਸਰਵਿਸਿਜ਼, ਅੰਤਰਰਾਸ਼ਟਰੀ ਪੱਧਰ ਤੇ ਜਿਹੜੀਆਂ ਸਰਵਿਸਿਜ਼ ਨੂੰ, ਕਿਉਂਕਿ ਇਹ ਸਰਵਿਸਿਜ਼ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ, ਟ੍ਰੇਡ ਇਨ ਸਰਵਿਸਿਜ਼ ਮਤਲਬ ਐਗਰੀਮੈਂਟ ਅਸੀਂ ਕੀਤਾ ਜਿਹੜੀਆਂ ਸਰਵਿਸਿਜ਼ ਦਾ ਅਸੀਂ ਟ੍ਰੇਡ ਕਰਦੇ ਹਾਂ। ਤਾਂ ਇਹਨਾਂ ਐਗਰੀਮੈਂਟ ਦੇ ਅੰਦਰ ਜਿਹੜੀਆਂ ਸਰਵਿਸਿਜ਼ ਜਿਸ ਤਰ੍ਹਾਂ ਕਿ ਟੂਰਿਜ਼ਮ, ਟੈਲੀਕਮਿਊਨੀਕੇਸ਼ਨ, ਪ੍ਰੋਫੈਸ਼ਨਲ ਸਰਵਿਸਿਜ਼, ਬੈਂਕਿੰਗ ਐਟਸੈਟਰਾ, ਇਹਨਾਂ ਸਰਵਿਸਿਜ਼ ਦੇ ਨਾਲ ਐਗਰੀਮੈਂਟ ਹੋਇਆ। ਬਟ ਇਸ GATS ਦੇ ਵਿੱਚ ਅਸੀਂ ਸ਼ਾਮਲ ਨਹੀਂ ਕਰਦੇ, ਉਹ ਸਰਵਿਸਿਜ਼ ਸ਼ਾਮਲ ਨਹੀਂ ਕਰਦੀਆਂ ਜਿਹੜੇ ਕਿ ਗਵਰਨਮੈਂਟ ਸਰਵਿਸਿਜ਼ ਨੇ, ਏਅਰ ਟਰਾਂਸਪੋਰਟ ਸਰਵਿਸਿਜ਼ ਅਤੇ ਟ੍ਰੈਫਿਕ ਰਾਈਟਸ ਨੂੰ ਅਸੀਂ ਸ਼ਾਮਿਲ ਨਹੀਂ ਕਰਦੇ। ਮਤਲਬ ਰਿਪੀਟ ਕਰਦੇ ਹਾਂ, ਇਸ GATS ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਜਿਹੜੀਆਂ ਵੀ ਸਰਵਿਸਿਜ਼ ਨੂੰ ਅਸੀਂ ਐਕਸਪੋਰਟ ਇੰਪੋਰਟ ਕਰਦੇ ਹਾਂ, ਜਿਸ ਤਰ੍ਹਾਂ ਕਿ ਟੂਰਿਜ਼ਮ ਮਤਲਬ ਯਾਤਰੀ ਇੱਕ ਕੰਟਰੀ ਦੂਸਰੇ ਦੇਸ਼ ਜਾਂਦੇ ਨੇ, ਟੈਲੀਕਮਿਊਨੀਕੇਸ਼ਨ ਜਿਹੜੀਆਂ ਸੰਚਾਰ ਦੀਆਂ ਜਿਹੜੀਆਂ ਸੁਵਿਧਾਵਾਂ ਨੇ, ਅਤੇ ਇਸ ਤੋਂ ਇਲਾਵਾ ਪ੍ਰੋਫੈਸ਼ਨਲ ਸਰਵਿਸਿਜ਼ ਜਿਸ ਤਰ੍ਹਾਂ ਇੱਕ ਡਾਕਟਰ ਹੈ, ਇੱਕ ਲਾਇਰ ਹੈ, ਇੱਕ ਚਾਰਟਰਡ ਅਕਾਊਂਟੈਂਟ ਹੈ, ਇਸ ਤਰ੍ਹਾਂ ਦੀ ਪ੍ਰੋਫੈਸ਼ਨਲ ਸਰਵਿਸਿਜ਼ ਅਤੇ ਬੈਂਕਿੰਗ ਦੇ ਨਾਲ ਰਿਲੇਟਡ ਜਿਹੜੀਆਂ ਸਰਵਿਸਿਜ਼ ਨੇ ਉਹ ਉਹਨਾਂ ਦੇ ਜਿਹੜੇ ਸਮਝੌਤੇ ਨੇ ਉਹ ਮੈਂਬਰ ਦੇਸ਼ਾਂ ਦੇ ਵਿੱਚ ਕੀਤੇ। ਇਸ ਐਗਰੀਮੈਂਟ ਦੇ 4 ਮੋਡ ਨੇ ਜਿਸ ਨੂੰ ਇੱਕ ਟੇਬਲ ਦੇ ਵਿੱਚ ਲਿਖਿਆ ਗਿਆ ਹੈ। ਇੱਕ ਕ੍ਰੋਸ ਬਾਰਡਰ ਸਪਲਾਈ, ਇੱਕ ਕੰਜ਼ੰਪਸ਼ਨ ਅਬਰੋਡ ਸੈਕੰਡ ਮੋਡ, ਇੱਕ ਤੀਸਰਾ ਮੋਡ ਹੈ ਕਮਰਸ਼ੀਅਲ ਪ੍ਰਾਈਜ਼ੈਂਸ, ਚੌਥਾ ਮੋਡ ਹੈ ਪ੍ਰਾਈਜ਼ੈਂਸ ਆਫ ਨੈਚੁਰਲ ਪਰਸਨ। ਇਸ ਨੂੰ ਡਿਟੇਲ 'ਚ ਡਿਸਕਸ ਕੀਤਾ ਜਾ ਸਕਦਾ ਹੈ ਟੇਬਲ ਦੇ ਵਿੱਚ। ਅਤੇ ਇਸ GATS ਦੇ ਜਿਹੜੇ ਜਨਰਲ ਪ੍ਰਿੰਸੀਪਲਸ ਨੇ ਉਹ ਜਨਰਲ ਪ੍ਰਿੰਸੀਪਲਸ ਅਸੀਂ ਜਿਹੜੇ ਨੇ ਉਹ ਡਿਸਕਸ ਕਰਦੇ ਹਾਂ। ਪਹਿਲਾ ਜਿਹੜਾ ਜਨਰਲ ਪ੍ਰਿੰਸੀਪਲ ਹੈ ਉਹ ਹੈ MFN, ਜਿਹਨੂੰ ਕਹਿੰਦੇ ਆ ਮੋਸਟ ਫੇਵਰਡ ਨੇਸ਼ਨਸ। ਇਹ ਮੋਸਟ ਫੇਵਰਡ ਨੇਸ਼ਨਸ ਜਿਹਨੂੰ ਕਹਿੰਦੇ ਆ, ਫੇਵਰਡ ਕੀ ਹੁੰਦਾ ਹੈ? ਅਨੁਕੂਲ। ਮੋਸਟ ਮਾਨੇ ਸਭ ਤੋਂ ਜ਼ਿਆਦਾ, ਨੇਸ਼ਨਸ ਮਤਲਬ ਜਿਹੜੇ ਸਭ ਤੋਂ ਅਨੁਕੂਲ ਨੇਸ਼ਨਸ ਨੇ। ਇਹਦਾ ਮਤਲਬ ਕੀ ਹੈ? ਇਹ ਜਿਹੜਾ ਮੋਸਟ ਫੇਵਰਡ ਨੇਸ਼ਨ ਦਾ ਜਿਹੜਾ ਆਧਾਰ ਹੈ ਉਹ ਆਧਾਰ ਦਾ ਜਿਹੜਾ ਪ੍ਰਿੰਸੀਪਲ ਹੈ ਉਹ ਹੈ ਕਿ ਨੋ ਡਿਸਕ੍ਰਿਮੀਨੇਟਰੀ ਪਾਲਿਸੀ ਆਫ WTO, ਕਿ WTO ਦੀ ਜਿਹੜੀ ਪਾਲਿਸੀ ਹੈ, ਜਿਹੜੀ ਨੀਤੀ ਹੈ ਉਹ ਗੈਰ ਵਿਤਕਰੇ ਵਾਲੀ ਹੋਣੀ ਚਾਹੀਦੀ। ਤਾਂ ਇਸ ਸਿਧਾਂਤ ਦੇ ਆਧਾਰ ਤੇ ਹਰੇਕ WTO ਦੇ ਮੈਂਬਰ ਦੇਸ਼ ਨੂੰ ਦੂਸਰੇ ਕੰਟਰੀਜ਼ ਮੈਂਬਰ ਦੇਸ਼ ਨੂੰ ਜਿਹੜਾ ਹੈ ਉਹ ਮੋਸਟ ਫੇਵਰਡ ਮਤਲਬ ਸਭ ਤੋਂ ਅਨੁਕੂਲ ਮੋਸਟ ਫੇਵਰਡ ਨੇਸ਼ਨ ਦੇ ਤੌਰ ਤੇ ਟ੍ਰੀਟ ਕਰਨਾ ਚਾਹੀਦਾ, ਵਿਵਹਾਰ ਕਰਨਾ ਚਾਹੀਦਾ। ਜੇ ਇੱਕ ਦੇਸ਼ ਸਪੈਸ਼ਲ ਟ੍ਰੀਟਮੈਂਟ ਕਿਸੇ ਇੱਕ ਮੈਂਬਰ ਦੇਸ਼ ਨੂੰ ਦਿੰਦਾ ਹੈ, ਵਿਸ਼ੇਸ਼ ਜਿਹੜਾ ਵਿਵਹਾਰ ਕਿਸੇ ਮੈਂਬਰ ਦੇਸ਼ ਨੂੰ ਦਿੰਦਾ ਹੈ, ਕੀ ਵਿਵਹਾਰ ਦੇ ਸਕਦਾ ਹੈ ਕਿ ਉਹਦੀ ਜਿਹੜੀ ਕਸਟਮ ਡਿਊਟੀ ਹੈ ਉਸ ਨੂੰ ਘਟਾ ਸਕਦਾ, ਤਾਂ ਸੇਮ ਬੈਨੀਫਿਟ ਉਸ ਨੂੰ ਦੂਸਰੇ ਮੈਂਬਰ ਦੇਸ਼ਾਂ ਨੂੰ ਵੀ ਦੇਣਾ ਚਾਹੀਦਾ।
मतलब मोस्ट फेवरेट नेशन मीनस कि एक देश के प्रति जो साडा व्यवहार है ਉਹੀ ਵਿਵਹਾਰ ਜਿਹੜਾ ਹੈ ਸਾਡਾ ਸਾਰੇ ਦੇਸ਼ਾਂ ਦੇ ਪ੍ਰਤੀ ਮੈਂਬਰ ਦੇਸ਼ਾਂ ਦੇ ਪ੍ਰਤੀ ਹੋਣਾ ਚਾਹੀਦਾ। ਠੀਕ ਹੈ, ਤਾਂ ਮਤਲਬ ਹਰੇਕ ਮੈਂਬਰ ਦੇਸ਼ ਜਿਹੜਾ ਹੈ ਉਹ ਮੋਸਟ ਫੇਵਰਡ ਨੇਸ਼ਨ, ਇਹ ਉਹਦਾ ਸਿਧਾਂਤ। ਦੂਸਰਾ ਜਿਹੜਾ ਪ੍ਰਿੰਸੀਪਲ ਹੈ, ਜਨਰਲ ਪ੍ਰਿੰਸੀਪਲ ਹੈ, ਉਹ ਹੈ ਟਰਾਂਸਪੇਰੈਂਸੀ। ਉਹ ਇਹ ਹੈ ਕਿ ਕੋਈ ਵੀ ਜਿਹੜਾ ਮੈਂਬਰ ਦੇਸ਼ ਹੈ, ਜੇ ਕੋਈ ਲਾਅ ਨੂੰ, ਐਗਜ਼ਿਸਟਿੰਗ ਲਾਅ ਨੂੰ ਚੇਂਜ ਕਰਦਾ ਹੈ, ਰੂਲਸ ਐਂਡ ਰੈਗੂਲੇਸ਼ਨ ਨੂੰ ਚੇਂਜ ਕਰਦਾ ਹੈ, ਤਾਂ ਮੈਂਬਰ ਕੰਟਰੀ ਨੂੰ ਇਮੀਡੀਏਟਲੀ ਤੁਰੰਤ ਉਸ ਕੌਂਸਲ ਨੂੰ ਇਨਫੋਰਮ ਕਰਨਾ ਚਾਹੀਦਾ। ਜਿਹੜੀ ਟ੍ਰੇਡ ਇਨ ਸਰਵਿਸਿਜ਼ ਦੀ ਕੌਂਸਲ ਹੈ ਉਸ ਨੂੰ ਇਨਫੋਰਮ ਕਰਨਾ ਚਾਹੀਦਾ, ਉਸ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਮੈਂਬਰ ਦੇਸ਼ ਨੇ ਵਰਤਮਾਨ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਇਸ ਨੂੰ ਚੇਂਜ ਕੀਤਾ। ਠੀਕ ਹੈ ਜੀ। ਤੀਸਰਾ ਜਿਹੜਾ ਹੈ ਇਹਦਾ ਜਨਰਲ ਪ੍ਰਿੰਸੀਪਲ ਹੈ ਉਹ ਹੈ ਮਾਰਕੀਟ ਅਸੈਸ, ACCESS। ਇਸ ਮਾਰਕੀਟ ਅਸੈਸ ਦਾ ਮਤਲਬ ਇਹ ਹੈ ਕਿ ਇਹ ਓਬਲੀਗੇਸ਼ਨ ਨਹੀਂ ਹੈ ਮੈਂਬਰ ਕੰਟਰੀ ਦੀ, ਲੇਕਿਨ ਇੱਕ ਕਮਿਟਮੈਂਟ ਹੈ ਇੱਕ ਕੰਟਰੀ ਦੀ ਕਿ ਉਹ ਸਪੈਸੀਫਿਕ ਸੈਕਟਰ ਦੇ ਵਿੱਚ ਦੂਸਰੇ ਦੇਸ਼ਾਂ ਦੇ ਨਾਲ ਮਾਰਕੀਟ ਨੂੰ ਓਪਨ ਕਰੇ। ਇੱਕ ਕਮਿਟਮੈਂਟ ਹੈ ਬਾय द ਕੰਟਰੀ ਟੂ ਓਪਨ ਮਾਰਕੀਟ ਇਨ ਸਪੈਸੀਫਿਕ ਸੈਕਟਰ, ਕਿ ਇਸੇ ਵਿਸ਼ੇਸ਼ ਖੇਤਰ ਦੇ ਵਿੱਚ ਉਹ ਮਾਰਕੀਟ ਨੂੰ ਓਪਨ ਕਰੇ ਫॉर ਅਦਰ ਮੈਂਬਰ ਕੰਟਰੀਜ਼ ਬਾय ਨੈਗੋਸ਼ੀਏਸ਼ਨ, ਮਤਲਬ ਸਮਝੌਤਾ ਕਰਕੇ ਦੂਸਰੇ ਦੇਸ਼ ਦੇ ਨਾਲ ਉਹ ਕੀ ਕਰੇ, ਸਮਝੌਤਾ ਕਰੇ ਕਿ ਉਹ ਆਪਣੀ ਮਾਰਕੀਟ ਨੂੰ, ਆਪਣੇ ਬਾਜ਼ਾਰ ਨੂੰ ਦੂਜਿਆਂ ਦੇ ਲਈ ਖੁੱਲਾ ਕਰੇ, ਓਪਨ ਕਰੇ ਕਿਸੇ ਵਿਸ਼ੇਸ਼ ਸੈਕਟਰ ਦੇ ਲਈ। ਤਾਂ ਇਹ ਇਸਦਾ ਹੈ ਮਤਲਬ ਮਾਰਕੀਟ ਅਸੈਸ ਦਾ ਮਤਲਬ ਇਹ। ਜਿਸ ਤਰ੍ਹਾਂ ਇੱਕ ਦੇਸ਼ ਉਦਾਹਰਨ ਦੇ ਤੌਰ ਤੇ ਕਿਸੇ ਫੋਰਨ ਬੈਂਕ ਨੂੰ ਆਪਣੀ ਡੋਮੈਸਟਿਕ ਟੈਰੀਟਰੀ ਦੇ ਵਿੱਚ, ਆਪਣੇ ਦੇਸ਼ ਦੀ ਸੀਮਾ ਦੇ ਵਿੱਚ ਕੰਮ ਕਰਨ ਦੇ ਲਈ ਅਲਾਉ ਕਰ ਸਕਦਾ ਹੈ, ਲੇਕਿਨ ਉਹ ਕੀ ਕਰ ਸਕਦਾ ਹੈ, ਬਟ ਕੈਨ ਰਿਸਟ੍ਰਿਕਟ, ਉਹ ਪ੍ਰਤੀਬੰਧਿਤ ਕਰ ਸਕਦਾ ਲਿਮਿਟ ਨੰਬਰ ਆਫ ਬ੍ਰਾਂਚਿਸ, ਉਹਦੀਆਂ ਬ੍ਰਾਂਚਿਸ ਕਿੰਨੀਆਂ ਹੋਣਗੀਆਂ ਉਸ ਤੇ ਪਾਬੰਦੀ ਲਗਾ ਸਕਦਾ ਹੈ ਆਪਣੇ ਨੈਸ਼ਨਲ ਟ੍ਰੀਟਮੈਂਟ ਦੀ ਪ੍ਰਿੰਸੀਪਲ ਦੇ ਆਧਾਰ ਤੇ। ਮਤਲਬ ਕਿ ਇੱਕ ਵਿਦੇਸ਼ੀ ਬੈਂਕ ਨੂੰ ਆਪਣੇ ਦੇਸ਼ ਦੇ ਵਿੱਚ ਵਿਸ਼ੇਸ਼ ਬੈਂਕਿੰਗ ਸੈਕਟਰ ਹੋ ਗਿਆ, ਬੈਂਕਿੰਗ ਸੈਕਟਰ ਫੋਰਨ ਕੰਟਰੀ ਦੇ ਲਈ ਖੋਲ ਸਕਦਾ ਹੈ, ਲੇਕਿਨ ਉਸ ਦੀਆਂ ਬ੍ਰਾਂਚਿਸ ਕਿੰਨੀਆਂ ਹੋਣਗੀਆਂ ਉਸ ਤੇ ਉਹ ਪ੍ਰਤੀਬੰਧ ਲਗਾ ਸਕਦਾ। ਇਹ ਸੀਗਾ ਗੈਟਸ। ਫਿਰ ਅਸੀਂ ਡਿਸਕਸ ਕਰਦੇ ਹਾਂ ਟ੍ਰਿਮਸ। ਟ੍ਰਿਮਸ ਦਾ ਮਤਲਬ ਹੁੰਦਾ ਟ੍ਰੇਡ ਰਿਲੇਟਡ ਇਨਵੈਸਟਮੈਂਟ ਮੇਜਰਸ, ਕਿ ਵਪਾਰ ਦੇ ਨਾਲ ਸੰਬੰਧਿਤ ਜੋ ਨਿਵੇਸ਼ ਦੇ ਮਾਪਦੰਡ ਨੇ। ਇਹ ਰੂਲਸ ਨੇ ਜਿਹੜੇ ਕਿ that apply to domestic regulations। एक country applies to foreign investors, ਇੱਕ ਦੇਸ਼ ਵਿਦੇਸ਼ੀ ਨਿਵੇਸ਼ਕਾਂ ਤੇ ਜਿਹੜਾ ਕਿ ਨਿਯਮ ਲਾਗੂ ਕਰਦਾ ਹੈ ਕਿ ਉਹ ਕਿਹਨਾਂ ਨਿਯਮਾਂ ਦੇ ਅੰਤਰਗਤ ਸਾਡੇ ਦੇਸ਼ ਦੇ ਵਿੱਚ ਜਾਂ ਡੋਮੈਸਟਿਕ ਕੰਟਰੀ ਦੇ ਵਿੱਚ ਨਿਵੇਸ਼ ਕਰ ਸਕਦਾ ਹੈ। ਉਹ ਨਿਯਮ ਜਿਹੜੇ ਨੇ ਉਹ ਟ੍ਰੇਡ ਰਿਲੇਟਡ ਇਨਵੈਸਟਮੈਂਟ ਮੇਜਰਸ ਦੇ ਵਿੱਚ ਆਏ। ਇਹ ਜਿਹੜਾ ਐਗਰੀਮੈਂਟ ਹੈ ਇਹ 1994 ਦੇ ਵਿੱਚ ਕਨਕਲੂਡ ਹੋਇਆ, ਮਤਲਬ ਇਸ ਦਾ ਨਤੀਜਾ ਨਿਕਲਿਆ ਅਤੇ 1995 ਦੇ ਵਿੱਚ ਇਹ ਹੋਂਦ ਦੇ ਵਿੱਚ ਆਇਆ। ਉਸ ਟਾਈਮ WTO ਐਸਟੈਬਲਿਸ਼ ਨਹੀਂ ਹੋਇਆ ਸੀ, ਨਹੀਂ ਬਣਿਆ ਸੀ। ਜਿਹੜੇ 4 ਪ੍ਰਿੰਸੀਪਲ ਲੀਗਲ ਐਗਰੀਮੈਂਟ WTO ਦੇ ਅੰਡਰ ਆਏ ਨੇ, ਉਸ ਦੇ ਅੰਡਰ ਹੀ ਇੱਕ ਜਿਹੜਾ ਐਗਰੀਮੈਂਟ ਹੈ ਉਹ ਟ੍ਰਿਮਸ ਦਾ ਹੋਇਆ ਸੀ, ਟ੍ਰੇਡ ਰਿਲੇਟਡ ਇਨਵੈਸਟਮੈਂਟ ਮੇਜਰਸ। ਇਸ ਦੇ ਵਿੱਚ ਇਹ ਰੂਲਸ ਨੇ ਕਿ that restrict the preference of domestic firms and thereby enable international firms to operate more easily within the foreign markets। ਇਹਨਾਂ ਨਿਯਮਾਂ ਦੇ ਅੰਤਰਗਤ ਜਿਹੜੇ ਫੋਰਨ ਫਰਮਸ ਨੇ, ਇੰਟਰਨੈਸ਼ਨਲ ਲੈਵਲ ਦੀਆਂ ਫਰਮਸ ਨੇ,
ਉਹ ਦੂਸਰੇ ਕੰਟਰੀ ਵਿੱਚ ਜਾ ਕੇ ਆਪਰੇਟ ਕਰ ਸਕਦੇ ਨੇ, ਇਨਵੈਸਟਮੈਂਟ ਕਰ ਸਕਦੇ ਨੇ, ਆਪਣੇ ਬਿਜ਼ਨਸ ਨੂੰ ਲਾਗੂ ਕਰ ਸਕਦੇ ਨੇ। ਠੀਕ ਹੈ, ਇਸ ਦੇ ਵਿੱਚ ਇਹ ਹੈ ਕਿ ਜਿਸ ਕੰਟਰੀ ਦੇ ਵਿੱਚ ਵਿਦੇਸ਼ੀ ਕੰਪਨੀਆਂ ਨਿਵੇਸ਼ ਕਰ ਰਹੀਆਂ ਉਹ ਦੇਸ਼ ਜਿਹੜੇ ਨੇ ਡੋਮੈਸਟਿਕ ਫਰਮ ਨੂੰ ਆਪਣੇ ਦੇਸ਼ ਵਿੱਚ ਜਿਹੜੀਆਂ ਪਹਿਲਾਂ ਤੋਂ ਹੋਂਦ ਵਿੱਚ ਫਰਮਾਂ ਨੇ ਉਹਨਾਂ ਨੂੰ ਪ੍ਰੈਫਰੈਂਸ ਟ੍ਰੀਟਮੈਂਟ ਨਹੀਂ ਦੇਗੀ। ਪ੍ਰੈਫਰੈਂਸ ਟ੍ਰੀਟਮੈਂਟ ਦਾ ਮਤਲਬ ਕਿ ਇਹ ਨਹੀਂ ਹੈ ਕਿ ਉਹਨਾਂ ਵਿੱਚ ਕੋਈ ਡਿਸਕ੍ਰਿਮੀਨੇਟਰੀ ਟ੍ਰੀਟਮੈਂਟ ਹੋਵੇ, ਕਿ ਘਰੇਲੂ ਫਰਮਾਂ ਦੇ ਲਈ ਕੋਈ ਰੂਲਸ ਐਂਡ ਰੈਗੂਲੇਸ਼ਨਸ ਕੁਝ ਹੋਰ ਹੋਣ ਅਤੇ ਵਿਦੇਸ਼ੀ ਜਿਹੜੀਆਂ ਫਰਮਾਂ ਨੇ ਉਹਨਾਂ ਦੇ ਲਈ ਰੂਲਸ ਐਂਡ ਰੈਗੂਲੇਸ਼ਨਸ ਕੁਝ ਹੋਰ। ਕੋਈ ਮਤਲਬ ਪ੍ਰੈਫਰੈਂਸ਼ੀਅਲ ਟ੍ਰੀਟਮੈਂਟ ਜਿਹੜਾ ਹੈ ਡੋਮੈਸਟਿਕ ਫਰਮਸ ਦਾ ਨਹੀਂ ਹੋਏ, ਡੋਮੈਸਟਿਕ ਫਰਮ ਦਾ ਨਹੀਂ ਹੋਏਗਾ ਅਤੇ ਵਿਦੇਸ਼ੀ ਫਰਮਾਂ ਲਈ ਕੋਈ ਰੂਲਸ ਐਂਡ ਰੈਗੂਲੇਸ਼ਨਸ ਕੁਝ ਹੋਰ ਨਹੀਂ ਹੋਣਗੇ। ਇਹ ਟ੍ਰਿਮਸ ਦੇ ਅੰਡਰ ਹੋਏਗਾ। ਇਹ ਟ੍ਰਿਮਸ ਦੇ ਜਿਹੜੇ ਫੀਚਰਸ ਨੇ, ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਕੀ ਨੇ ਕਿ ਵਿਦੇਸ਼ੀ ਪੂੰਜੀ ਦੇ ਲਈ ਜਿੰਨੀਆਂ ਵੀ ਰਿਸਟ੍ਰਿਕਸ਼ਨਸ ਨੇ, ਜਿਹੜੀਆਂ ਪਾਬੰਦੀਆਂ ਨੇ ਉਹ ਹਟਾ ਲਈਆਂ ਜਾਂਦੀਆਂ, ਅਬੋਲਿਸ਼ ਹੋ ਜਾਂਦੀਆਂ, ਅਬੋਲਿਸ਼ ਕੀਤੀਆਂ ਜਾਂਦੀਆਂ ਅਤੇ ਫੋਰਨ ਇਨਵੈਸਟਰਸ ਨੂੰ ਡੋਮੈਸਟਿਕ ਇਨਵੈਸਟਰਸ ਦੇ ਨਾਲ ਹੀ ਟ੍ਰੀਟ ਕੀਤਾ ਜਾਏਗਾ, ਉਹਨਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਏਗਾ। ਇਹ ਆਪਾਂ ਹੁਣੇ ਕੀਤਾ ਹੈ ਕਿ ਵਿਦੇਸ਼ੀ ਇਨਵੈਸਟਰ ਦਾ ਵਿਦੇਸ਼ੀ ਨਿਵੇਸ਼ਕ ਨੂੰ ਕੋਈ ਹੋਰ ਟ੍ਰੀਟਮੈਂਟ ਮਿਲੇ, ਕੋਈ ਹੋਰ ਵਿਵਹਾਰ ਮਿਲੇ ਅਤੇ ਡੋਮੈਸਟਿਕ ਇਨਵੈਸਟਰ ਨੂੰ ਕੋਈ ਹੋਰ ਟ੍ਰੀਟਮੈਂਟ ਮਿਲੇ, ਇਸ ਤਰ੍ਹਾਂ ਨਹੀਂ ਹੋਏਗਾ। ਅਤੇ ਕਿਸੇ ਵੀ ਖੇਤਰ ਦੇ ਵਿੱਚ ਜੇ ਨਿਵੇਸ਼ ਹੁੰਦਾ ਹੈ ਉਸ ਤੇ ਕੋਈ ਪ੍ਰਤੀਬੰਧ ਨਹੀਂ ਹੋਏਗਾ, ਮਤਲਬ ਕਿਸੇ ਵੀ ਖੇਤਰ ਦੇ ਵਿੱਚ ਨਿਵੇਸ਼ ਕਰਨ ਤੇ ਕੋਈ ਪ੍ਰਤੀਬੰਧ ਨਹੀਂ ਹੋਏਗਾ ਅਤੇ ਕੋਈ ਲਿਮਿਟੇਸ਼ਨ, ਕੋਈ ਸੀਮਾ ਜਾਂ ਸੀਲਿੰਗ ਕਿੰਨਾ ਵਿਦੇਸ਼ੀ ਨਿਵੇਸ਼ ਕਰੇਗਾ ਇਸ ਤੇ ਨਹੀਂ ਹੋਏਗੀ। ਮਤਲਬ ਵਿਦੇਸ਼ੀ ਨਿਵੇਸ਼ ਤੇ ਉੱਪਰਲੀ ਸੀਮਾ ਤੇ ਕੋਈ ਪ੍ਰਤੀਬੰਧ ਨਹੀਂ ਹੋਏਗਾ। ਫਿਰ ਜਿਹੜੀ ਪਰਮਿਸ਼ਨ ਹੋਏਗੀ ਬਿਨਾਂ ਕਿਸੇ ਰਿਸਟ੍ਰਿਕਸ਼ਨ ਤੋਂ ਕਿ ਉਹ ਰਾ ਮਟੀਰੀਅਲ ਨੂੰ ਜਾਂ ਹੋਰ ਜਿਹੜੇ ਕੰਪੋਨੈਂਟਸ ਨੇ, ਹੋਰ ਹਥਿਆਰ ਨੇ, ਬਿਨਾਂ ਕਿਸੇ ਪਰਮਿਸ਼ਨ ਤੋਂ, ਬਿਨਾਂ ਕਿਸੇ ਰਿਸਟ੍ਰਿਕਸ਼ਨ ਤੋਂ ਇੰਪੋਰਟ ਕਰ ਸਕਦੇ ਨੇ, ਆਯਾਤ ਕਰ ਸਕਦੇ ਨੇ। ਫਿਰ no force on the foreign investors to use the total products and or material। ਇਹ ਕੋਈ ਫੋਰਸ ਵਿਦੇਸ਼ੀ ਨਿਵੇਸ਼ਕਾਂ ਤੇ ਨਹੀਂ ਹੋਏਗੀ ਕਿ ਉਹਨਾਂ ਨੇ ਟੋਟਲ ਪ੍ਰੋਡਕਟਸ ਜਾਂ ਟੋਟਲ ਮਟੀਰੀਅਲ ਜਿਹੜਾ ਹੈ ਉਹ ਯੂਜ਼ ਕਰਨਾ, ਇਸ ਤਰ੍ਹਾਂ ਨਹੀਂ। ਫਿਰ export of the part of the final product will not be the mandatory। ਇਹ ਲਾਜ਼ਮੀ ਨਹੀਂ ਹੋਏਗਾ, ਜ਼ਰੂਰੀ ਨਹੀਂ ਹੋਏਗਾ ਕਿ ਜਿਹੜਾ ਫਾਈਨਲ ਪ੍ਰੋਡਕਟ, ਜਿਹੜੀ ਅੰਤਿਮ ਵਸਤੂ ਅਸੀਂ ਪੈਦਾ ਕੀਤੀ ਹੈ ਉਸਦਾ ਇੱਕ ਹਿੱਸਾ ਜਿਹੜਾ ਹੈ ਅਸੀਂ ਐਕਸਪੋਰਟ ਕਰੀਏ। ਸਾਰਾ ਵੀ ਅਸੀਂ ਐਕਸਪੋਰਟ ਕਰ ਸਕਦੇ ਹਾਂ, ਇਸ ਤਰ੍ਹਾਂ ਦੀ ਕੋਈ ਜ਼ਬਰਦਸਤੀ ਨਹੀਂ ਹੋਏਗੀ, ਕੋਈ ਕਾਨੂੰਨ ਨਹੀਂ ਹੋਏਗਾ। ਫਿਰ ਜੋ ਵੀ ਕੰਪਨੀ ਨਿਵੇਸ਼ ਕਰੇਗੀ, ਵਿਦੇਸ਼ੀ ਕੰਪਨੀ ਨਿਵੇਸ਼ ਕਰੇਗੀ, ਉਸ ਤੋਂ ਜਿਹੜਾ ਲਾਭ ਹੋਏਗਾ, ਉਤਪਾਦਨ ਕਰਕੇ ਲਾਭ ਹੋਏਗਾ, ਉਹ ਆਪਣੇ ਲਾਭ ਨੂੰ ਆਪਣੇ ਦੇਸ਼ ਦੇ ਵਿੱਚ ਲੈ ਕੇ ਜਾ ਸਕਦਾ। ਤਾਂ ਇਹ ਟ੍ਰਿਮਸ ਤੇ ਵਿਸ਼ੇਸ਼ਤਾਵਾਂ। ਹੁਣ ਇੱਕ ਐਗਰੀਮੈਂਟ ਜਿਹੜਾ ਹੈ ਉਹ ਹੈ ਐਗਰੀਕਲਚਰ ਦੇ ਵਿੱਚ, ਜਿਹਨੂੰ ਕਹਿੰਦੇ ਨੇ ਐਗਰੀਮੈਂਟ ਔਨ ਐਗਰੀਕਲਚਰ, AOA। AOA that is trade in agriculture। trade in agriculture ਜਿਹੜਾ ਹੈ ਇਹ WTO ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਇੱਕ ਟ੍ਰੀਟੀ ਹੋਈ। ਇਹ ਵੀ ਯੂਰੋਪੀਅਨ ਦੇ ਵਿੱਚ ਪਹਿਲੀ ਵਾਰੀ ਐਗਰੀਕਲਚਰ ਨੂੰ ਅਸੀਂ ਸ਼ਾਮਿਲ ਕੀਤਾ। ਇਸ ਦੇ 3 ਮੇਨ ਪਿਲਰਸ ਨੇ। ਪਹਿਲਾ ਪਿਲਰ ਜਿਹੜਾ ਹੈ ਉਹ ਹੈ ਡੋਮੈਸਟਿਕ ਸਪੋਰਟ। ਡੋਮੈਸਟਿਕ ਸਪੋਰਟ ਦੇ ਵਿੱਚ ਇਹ ਹੈ ਕਿ ਜਿਹੜੀ ਗਵਰਨਮੈਂਟ ਫਾਰਮਰਸ ਨੂੰ ਫੂਡ ਦੇ ਵਿੱਚ, ਅਨਾਜ ਦੇ ਵਿੱਚ, ਫਰਟੀਲਾਈਜ਼ਰ ਦੇ ਵਿੱਚ, ਪਾਵਰ ਦੇ ਵਿੱਚ, ਪਾਣੀ ਦੇ ਵਿੱਚ ਜਿਹੜੀਆਂ ਸਬਸਿਡੀਜ਼ ਦਿੰਦੀ ਹੈ ਉਹਨਾਂ ਦੇ ਨਾਲ ਸੰਬੰਧਿਤ ਹੈ। ਤਾਂ ਜਿਹੜੀਆਂ ਡੋਮੈਸਟਿਕ ਸਬਸਿਡੀਜ਼ ਨੇ ਉਹਨਾਂ ਨੂੰ 3 ਗਰੁੱਪ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ, ਜਿਹਨੂੰ ਅਸੀਂ 3 ਬਾਕਸਿਸ ਕਹਿੰਦੇ ਹਾਂ। ਇੱਕ ਤਾਂ ਗ੍ਰੀਨ ਬਾਕਸ ਹੈ, ਇੱਕ ਐਂਬਰ ਬਾਕਸ ਹੈ, ਇੱਕ ਹੈ ਬਲੂ ਬਾਕਸ। ਗ੍ਰੀਨ ਬਾਕਸ, ਐਂਬਰ ਬਾਕਸ ਅਤੇ ਬਲੂ ਬਾਕਸ। ਗ੍ਰੀਨ ਬਾਕਸ ਦੇ ਵਿੱਚ ਐਗਰੀਕਲਚਰ ਨਾਲ ਰਿਲੇਟਿਡ ਉਹ ਸਬਸਿਡੀਜ਼ ਹੈ ਜਿਹੜੀਆਂ ਕਿ WTO ਦੇ WTO's ਗ੍ਰੀਨ ਬਾਕਸ ਦੀਆਂ ਪਾਲਿਸੀਜ਼ ਉਹ ਨੇ that are not restricted by the trade agreement, ਜਿਨ੍ਹਾਂ ਨੂੰ ਅਸੀਂ
ਵਪਾਰਿਕ ਸਮਝੌਤੇ ਦੇ ਨਾਲ ਰਿਸਟ੍ਰਿਕਟ ਨਹੀਂ ਕਰ ਸਕਦੇ, ਬਿਕੋਜ਼ ਦੇ ਆਰ ਨੋਟ ਕੰਸੀਡਰਡ ਟ੍ਰੇਡ ਡਿਸਟੋਰਟਿੰਗ। ਇਹਨਾਂ ਸਮਝੌਤਿਆਂ ਦੇ ਵਿੱਚ ਇਹ ਜਿਹੜੀਆਂ ਸਬਸਿਡੀਜ਼ ਨੇ ਸਾਡੇ ਵਪਾਰ ਦੇ ਵਿੱਚ ਕੋਈ ਚੇਂਜਿਸ ਨਹੀਂ ਲਿਆਉਂਦੇ, ਵਪਾਰ ਦੇ ਵਿੱਚ ਕੋਈ ਡਿਸਟੋਰਸ਼ਨ ਨਹੀਂ ਕਰਦੀਆਂ। ਇਸ ਕਰਕੇ ਇਹ ਜਿਹੜੀਆਂ ਸਬਸਿਡੀਜ਼ ਅਸੀਂ ਪ੍ਰੋਵਾਈਡ ਕਰਦੇ ਹਾਂ, ਇਹ ਸਬਸਿਡੀ ਜਿਹੜੀਆਂ ਨੇ ਗ੍ਰੀਨ ਬਾਕਸ ਦੇ ਵਿੱਚ ਸ਼ਾਮਲ ਕਰਦੀਆਂ। ਮਤਲਬ ਕਿ ਰਿਪੀਟ ਕਰਦੇ ਹਾਂ, ਖੇਤੀਬਾੜੀ ਨਾਲ ਸੰਬੰਧਿਤ ਜਿਹੜੀਆਂ ਕਿ WTO ਦੇ WTO's green box or policy that are not restricted by trade agreement, ਜਿਨ੍ਹਾਂ ਨੂੰ ਅਸੀਂ ਟ੍ਰੇਡ ਐਗਰੀਮੈਂਟ ਦੇ ਨਾਲ ਰਿਸਟ੍ਰਿਕਟ ਨਹੀਂ ਕਰਦੇ, ਕਿਉਂਕਿ ਇਹ ਟ੍ਰੇਡ ਨੂੰ ਡਿਸਟੋਰਟ ਨਹੀਂ ਕਰਦੇ। ਅਤੇ ਐਂਬਰ ਬਾਕਸ ਦੇ ਵਿੱਚ, ਇਸ ਬਾਕਸ ਦੇ ਵਿੱਚ all domestic support measures ਜਿਹੜੀਆਂ ਕਿ ਡੋਮੈਸਟਿਕ ਪੱਧਰ ਤੇ ਜਿਹੜੀਆਂ ਅਸੀਂ ਸਪੋਰਟ ਕਰਦੇ ਹਾਂ, ਜਿਸ ਤਰ੍ਹਾਂ ਮਿਨੀਮਮ ਸਪੋਰਟ ਪ੍ਰਾਈਸ ਫੋਰ ਐਗਜ਼ਾਮਪਲ, ਤਾਂ ਇਹ ਜਿਹੜੀਆਂ ਨੇ ਪ੍ਰੋਡਕਸ਼ਨ ਅਤੇ ਟ੍ਰੇਡ ਨੂੰ ਡਿਸਟੋਰਟ ਕਰਦੀਆਂ ਨੇ। ਜਿਹੜੀਆਂ ਸਬਸਿਡੀਜ਼ ਪ੍ਰੋਡਕਸ਼ਨ ਅਤੇ ਟ੍ਰੇਡ ਨੂੰ ਡਿਸਟੋਰਟ ਕਰਦੀਆਂ ਨੇ, ਉਹ ਸਬਸਿਡੀਜ਼ ਨੂੰ ਅਸੀਂ ਐਂਬਰ ਬਾਕਸ ਦੇ ਵਿੱਚ ਸ਼ਾਮਿਲ ਕੀਤਾ ਹੋਇਆ ਹੈ। ਐਨੀ ਸਪੋਰਟ ਪੇਮੈਂਟਸ ਦੈਟ ਆਰ ਕੰਸੀਡਰਡ ਬਾय ਟੂ ਬੀ ਟ੍ਰੇਡ ਡਿਸਟੋਰਟਿੰਗ, ਮਤਲਬ ਟ੍ਰੇਡ ਨੂੰ ਡਿਸਟੋਰਟ ਕਰਦੀਆਂ ਨੇ, ਜਿਹੜੀਆਂ ਕਿ ਸਪੋਰਟ, ਜਿਸ ਤਰ੍ਹਾਂ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਜਾਂ ਪੇਮੈਂਟ ਜਿਹੜੇ ਦਿੰਦੇ ਨੇ, ਠੀਕ ਹੈ, ਉਹਨਾਂ ਨੂੰ ਅਸੀਂ ਐਂਬਰ ਬਾਕਸ ਦੇ ਵਿੱਚ ਸ਼ਾਮਿਲ ਕਰਦੇ ਹਾਂ। ਇਹਨਾਂ ਸਬਸਿਡੀਜ਼ ਨੂੰ ਗ੍ਰੈਜੂਅਲੀ ਅਸੀਂ ਹੌਲੀ ਹੌਲੀ ਕੀ ਕਰਨਾ, ਰਿਡਿਊਸ ਕਰਨਾ। ਤਾਂ ਐਂਬਰ ਬਾਕਸ ਦੇ ਵਿੱਚ ਜਿਹੜੀਆਂ ਉਹ ਸਬਸਿਡੀਜ਼ ਨੇ, ਮੈਂ ਰਿਪੀਟ ਕਰ ਰਿਹਾ, ਜਿਹੜੀਆਂ ਕਿ ਟ੍ਰੇਡ ਨੂੰ ਡਿਸਟੋਰਟ ਨਹੀਂ ਕਰਦੀਆਂ। ਇਹਨਾਂ ਜਿਹੜੀਆਂ ਸਰਵਿਸਿਜ਼, ਇਹਨਾਂ ਜਿਹੜੀਆਂ ਸਬਸਿਡੀਜ਼ ਅਤੇ ਸਪੋਰਟ ਨੂੰ ਅਸੀਂ ਹੌਲੀ ਹੌਲੀ ਰਿਡਿਊਸ ਕਰਨਾ ਹੈ। ਅਤੇ ਜਿਹੜੀ ਗ੍ਰੀਨ ਬਾਕਸ ਦੇ ਵਿੱਚ ਜਿਹੜੀਆਂ ਸਬਸਿਡੀਜ਼ ਨੇ, ਇਹ ਜਿਹੜੇ ਸਪੋਰਟ ਸਿਸਟਮ ਅਸੀਂ ਪ੍ਰੋਵਾਈਡ ਕਰਦੇ ਹਾਂ, ਇਹ ਟ੍ਰੇਡ ਨੂੰ ਡਿਸਟੋਰਟ ਨਹੀਂ ਕਰਦੀਆਂ। ਅਤੇ ਤੀਸਰਾ ਜਿਹੜੀਆਂ ਉਹ ਹੈ ਬਲੂ ਬਾਕਸ। ਇਹ ਬਾਕਸ ਦੇ ਵਿੱਚ ਅਸੀਂ ਉਹ ਸਪੋਰਟ ਪੇਮੈਂਟਸ ਇਨਕਲੂਡ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਐਂਬਰ ਬਾਕਸ ਦੇ ਵਿੱਚ ਸ਼ਾਮਿਲ ਨਹੀਂ ਕਰਦੇ, which are not subject to amber box reduction agreement, ਜਿਨ੍ਹਾਂ ਨੂੰ ਐਂਬਰ ਬਾਕਸ ਦਾ ਜਿਹੜੀਆਂ ਸਪੋਰਟ ਸਿਸਟਮ ਪ੍ਰੋਵਾਈਡ ਕਰਦੇ ਨੇ, ਇਹ ਸਬਸਿਡੀ ਪ੍ਰੋਵਾਈਡ ਕਰਦੇ, ਉਹਨਾਂ ਨੂੰ ਹੌਲੀ ਰਿਡਿਊਸ ਕਰਨੇ, ਠੀਕ ਹੈ। ਲੇਕਿਨ ਇਸ ਦੇ ਵਿੱਚ ਅਸੀਂ ਪ੍ਰੋਡਕਸ਼ਨ ਦੇ ਅੰਡਰ ਏ ਪ੍ਰੋਡਕਸ਼ਨ ਲਿਮਿਟਿੰਗ ਪ੍ਰੋਗਰਾਮ, ਇਹ ਅਸੀਂ ਡਾਇਰੈਕਟ ਪੇਮੈਂਟ ਜਿਹੜੀਆਂ ਪ੍ਰੋਵਾਈਡ ਕਰਦੇ ਹਾਂ, ਇਹਨਾਂ ਨੂੰ ਅਸੀਂ ਹੌਲੀ ਹੌਲੀ ਰਿਡਿਊਸ ਨਹੀਂ ਕਰਨਾ। ਤਾਂ ਐਂਬਰ ਬਾਕਸ ਤੋਂ ਇਲਾਵਾ ਜਿਹੜੇ ਹੋਰ ਸਪੋਰਟ ਸਿਸਟਮ ਹੈ, ਜਿਨ੍ਹਾਂ ਨੂੰ ਅਸੀਂ ਡਾਇਰੈਕਟਲੀ ਪੇਮੈਂਟ ਕਰਦੇ ਹਾਂ, ਠੀਕ ਹੈ, ਕਿਉਂਕਿ ਇਹ ਪ੍ਰੋਡਕਸ਼ਨ ਇੱਕ ਲਿਮਿਟਿੰਗ ਪ੍ਰੋਗਰਾਮ ਹੈ, ਉਸ ਦੇ ਅੰਡਰ ਉਹਨਾਂ ਨੂੰ ਅਸੀਂ ਸ਼ਾਮਿਲ ਕਰਦੇ ਹਾਂ। ਮੈਂ ਰਿਪੀਟ ਕਰਦਾ, ਗ੍ਰੀਨ ਬਾਕਸ ਦੇ ਅੰਡਰ ਜਿਹੜੀਆਂ ਸਬਸਿਡੀਜ਼ ਅਸੀਂ ਪ੍ਰੋਵਾਈਡ ਕਰਦੇ ਹਾਂ, ਇਹ ਸਬਸਿਡੀਜ਼ ਸਾਡੀ ਟ੍ਰੇਡ ਨੂੰ ਡਿਸਟੋਰਟ ਨਹੀਂ ਕਰਦੀ, ਇਹਨਾਂ ਨੂੰ ਅਸੀਂ ਰਿਡਿਊਸ ਨਹੀਂ ਕਰਦੇ। ਐਂਬਰ ਬਾਕਸ ਦੇ ਵਿੱਚ ਜਿਹੜੀਆਂ ਸਬਸਿਡੀਜ਼ ਜਾਂ ਸਪੋਰਟ ਸਿਸਟਮ ਪ੍ਰੋਵਾਈਡ ਕਰਦੇ ਹਾਂ, ਉਹ ਟ੍ਰੇਡ ਨੂੰ ਡਿਸਟੋਰਟ ਕਰਦੀਆਂ ਨੇ। ਇਹਨਾਂ ਸਬਸਿਡੀਜ਼ ਨੂੰ ਜਾਂ ਸਪੋਰਟ ਸਿਸਟਮ ਨੂੰ ਅਸੀਂ ਹੌਲੀ ਹੌਲੀ ਰਿਡਿਊਸ ਕਰਦੇ ਹਾਂ। ਜਿਹੜੀਆਂ ਸਬਸਿਡੀਜ਼ ਅਸੀਂ ਡਾਇਰੈਕਟਲੀ ਪੇ ਕਰਦੇ ਹਾਂ, ਜਿਹੜੀਆਂ ਕਿ ਪ੍ਰੋਡਕਸ਼ਨ ਲਿਮਿਟਿੰਗ ਪ੍ਰੋਗਰਾਮ ਦੇ ਅੰਡਰ ਆਉਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਗ੍ਰੈਜੂਅਲੀ ਰਿਡਿਊਸ ਨਹੀਂ ਕਰਨੀਆਂ, ਉਹਨੂੰ ਅਸੀਂ ਬਲੂ ਬਾਕਸ ਦੇ ਵਿੱਚ ਸ਼ਾਮਿਲ। ਤੀਸਰਾ ਦੂਸਰਾ ਇਹਦੇ ਵਿੱਚ ਜਿਹੜਾ ਐਗਰੀਮੈਂਟ ਹੈ ਐਗਰੀਕਲਚਰ ਦੇ ਵਿੱਚ, ਉਹ ਹੈ ਐਕਸਪੋਰਟ ਸਬਸਿਡੀਜ਼। ਇਹ ਐਕਸਪੋਰਟ ਸਬਸਿਡੀਜ਼, ਇਹਨਾਂ ਨੂੰ ਅਸੀਂ ਵਿਕਸਿਤ ਦੇਸ਼ਾਂ ਤੱਕ ਅਸੀਂ ਲਿਮਿਟਡ ਕੀਤਾ, ਜਾਂ ਤਾਂ ਇਹਨੂੰ ਵੈਲਿਊ ਦੇ ਰੂਪ ਵਿੱਚ ਜਾਂ ਵੋਲਿਊਮ ਰੂਪ ਦੇ ਵਿੱਚ, ਤਾਂ ਕਿ ਅੰਤਰਰਾਸ਼ਟਰੀ ਜਿਹੜੀ ਪੱਧਰ ਤੇ ਜਿਹੜੀਆਂ ਪ੍ਰਾਈਸਿਸ ਨੇ, ਉਹਨਾਂ ਨੂੰ ਅਸੀਂ ਇੱਕ ਮਿਨੀਮਮ ਪੁਆਇੰਟ ਤੋਂ ਲੈਵਲ ਤੇ ਘੱਟ ਨਾ ਹੋ ਸਕਣ। ਅਤੇ ਐਕਸਪੋਰਟਸ ਆਫ ਡਿਵੈਲਪਿੰਗ ਕੰਟਰੀਜ਼ ਆਰ ਨੋਟ ਈਜ਼ਡ ਆਊਟ, ਮਤਲਬ ਡਿਵੈਲਪਿੰਗ ਕੰਟਰੀ ਦਾ ਐਕਸਪੋਰਟ ਜਿਹੜਾ ਹੈ ਉਹ ਸੌਖਾ ਨਾ ਹੋ ਜਾਵੇ। ਤਾਂ ਇਸ ਨੈਰੋਬੀ ਮਿਨਿਸਟਰੀ ਕਾਨਫਰੰਸ ਜਿਹੜੀ 2015 ਦੇ ਵਿੱਚ ਹੋਈ ਸੀ, ਉਸ ਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਇਸ ਨੂੰ ਕਿ ਹੌਲੀ ਹੌਲੀ ਫੇਜ ਆਊਟ ਕਰਨਾ ਹੈ। ਤਾਂ ਮੈਂ ਰਿਪੀਟ ਕਰਦਾ, ਇਹ ਐਕਸਪੋਰਟ ਸਬਸਿਡੀਜ਼ ਡਿਵੈਲਪ ਕੰਟਰੀਜ਼ ਤੱਕ ਅਸੀਂ ਲਿਮਿਟ ਕੀਤੀਆਂ, ਤਾਂ ਕਿ ਇਸ ਨੂੰ ਵੋਲਿਊਮ ਦੇ ਵਿੱਚ ਜਾਂ ਵੈਲਿਊ ਦੇ ਵਿੱਚ ਹੌਲੀ ਹੌਲੀ ਕੀ ਹੈ, ਇਸ ਨੂੰ ਅਸੀਂ ਨਾ ਘਟਾਈਏ, ਤਾਂ ਕਿ ਅੰਤਰਰਾਸ਼ਟਰੀ ਮਤਲਬ ਐਕਸਪੋਰਟ ਸਬਸਿਡੀਜ਼ ਜਿਹੜੀਆਂ ਨੇ ਡਿਵੈਲਪ ਕੰਟਰੀਜ਼ ਤੱਕ ਲਿਮਿਟਡ ਨੇ, ਤਾਂ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀਆਂ ਪ੍ਰਾਈਸਿਸ ਨੇ ਇੱਕ ਮਿਨੀਮਮ ਬਿੰਦੂ ਤੋਂ, ਮਿਨੀਮਮ ਪੁਆਇੰਟ ਤੋਂ ਨਾ ਘਟਾਈਆਂ ਜਾ ਸਕਣ,
ਤਾਂ ਕਿ ਡਿਵੈਲਪਿੰਗ ਕੰਟਰੀ ਦਾ ਜਿਹੜਾ ਐਕਸਪੋਰਟ ਹੈ ਉਹ ਈਜ਼ੀ ਨਾ ਹੋ ਸਕੇ, ਈਜ਼ ਆਊਟ ਨਾ ਹੋ ਸਕੇ, ਆਸਾਨ ਨਾ ਬਣ ਸਕੇ। ਤੇ ਤੀਸਰੀ ਜਿਹੜੀ ਐਗਰੀਮੈਂਟ ਹੈ ਐਗਰੀਕਲਚਰ ਦੀ, ਉਹ ਹੈ ਮਾਰਕੀਟ ਅਸੈਸ। ਮਾਰਕੀਟ ਅਸੈਸ ਦਾ ਮਤਲਬ ਹੈ ਕਿ ਸਾਰੇ ਮੈਂਬਰ ਕੰਟਰੀਜ਼ ਨੂੰ ਓਪਨ ਕਰ ਦੇਣਾ ਚਾਹੀਦਾ ਹੈ ਡੋਮੈਸਟਿਕ ਮਾਰਕੀਟ ਟੂ ਐਗਰੀਕਲਚਰ ਇੰਪੋਰਟਸ, ਮਤਲਬ ਕਿ ਉਹ ਐਗਰੀਕਲਚਰ ਦੀ ਜਿਹੜੀ ਇੰਪੋਰਟ ਹੈ ਉਹ ਕਰ ਸਕਣ ਐਗਰੀਕਲਚਰ ਗੁੱਡਸ ਦੀ, ਅਤੇ ਇਸ ਦੇ ਲਈ ਜਿਹੜੀ ਟੈਰਿਫ ਹੈ ਅਤੇ ਨੋਨ ਟੈਰਿਫ ਬੈਰੀਅਰਸ ਹੈ ਉਹਨਾਂ ਨੂੰ ਘਟਾ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ਜਿਹੜੀਆਂ ਐਗਰੀਕਲਚਰ ਗੁੱਡਸ ਜਿਹੜੀਆਂ ਨੇ ਉਹ ਫ੍ਰੀਲੀ ਇੰਪੋਰਟ ਅਤੇ ਐਕਸਪੋਰਟ ਹੋ ਸਕਣ। ਇਸ ਦੇ ਲਈ ਉਹਨਾਂ ਨੇ ਕੀਤਾ ਟੈਰਿਫਿਕੇਸ਼ਨ ਅਤੇ ਵਾਈਂਡ ਦੇਅਰ ਟੈਰਿਫਸ। ਟੈਰਿਫਿਕੇਸ਼ਨ ਦਾ ਮਤਲਬ ਹੈ ਕਿ ਨੋਨ ਟੈਰਿਫ ਬੈਰੀਅਰਸ ਨੂੰ, ਜਿਸ ਤਰ੍ਹਾਂ ਕੋਟਾਸ ਹੈ, ਉਹਨਾਂ ਨੂੰ ਟੈਰਿਫ ਦੇ ਵਿੱਚ ਕਨਵਰਟ ਕਰਨਾ, ਅਤੇ ਵਾਈਂਡ ਦੇਅਰ ਟੈਰਿਫ ਦਾ ਮਤਲਬ ਹੈ ਕਿ ਟੂ ਐਗਰੀ ਟੂ ਅ ਲਿਮਿਟ ਦੈਟ ਇਜ਼ ਬਾਉਂਡਡ ਰੇਟਸ ਐਂਡ ਨੋਟ ਇਨਕਰੀਜ਼ ਦਾ ਰੇਟਸ ਬਿਯੋਂਡ ਦੈਮ। ਇੱਕ ਲਿਮਿਟ ਤੋਂ ਵੱਧ ਟੈਰਿਫ ਦਾ ਰੇਟ ਜਿਹੜਾ ਹੈ ਉਹ ਵਧਣਾ ਨਹੀਂ ਚਾਹੀਦਾ, ਤਾਂ ਜਿਹੜੀਆਂ ਬਾਉਂਡਡ ਰੇਟਸ ਨੇ ਉਹ ਆਮ ਤੌਰ ਤੇ ਹਾਈ ਹੁੰਦੇ ਆ, ਜ਼ਿਆਦਾ ਹੁੰਦੇ। ਹੁਣ ਨੈਕਸਟ ਜਿਹੜਾ ਐਗਰੀਮੈਂਟ WTO ਦਾ ਹੈ ਉਹ ਹੈ ਸੀ ਟ੍ਰੇਡ ਇਨ ਟੈਕਸਟਾਈਲ ਐਂਡ ਕਲੋਥਿੰਗ। ਇਹਨੂੰ ਅਸੀਂ ਕਹਿੰਦੇ ਹਾਂ ATC, ਐਗਰੀਮੈਂਟ ਔਨ ਟੈਕਸਟਾਈਲ ਐਂਡ ਕਲੋਥਿੰਗ, ਕੱਪੜੇ ਦੇ ਨਾਲ, ਟੈਕਸਟਾਈਲ ਦੇ ਨਾਲ। ਇਹ ਵੀ ਯੂਰੋਪੀਅਨ ਦੇ ਵਿੱਚ ਨੈਗੋਸ਼ੀਏਟ ਹੋਇਆ ਸੀ। ਇਸ ਨੂੰ ਅਸੀਂ ਰਿਪਲੇਸ ਕੀਤਾ, ਇਟ ਰਿਪਲੇਸ ਦਾ ਅਰੇਂਜਮੈਂਟ ਰਿਗਾਰਡਿੰਗ ਇੰਟਰਨੈਸ਼ਨਲ ਟ੍ਰੇਡ ਇਨ ਟੈਕਸਟਾਈਲ। ਇਸ ਨੂੰ ਰਿਪਲੇਸ ਕਰਕੇ ਅਸੀਂ ATC, ਐਗਰੀਮੈਂਟ ਔਨ ਟੈਕਸਟਾਈਲ ਐਂਡ ਕਲੋਥਿੰਗ ਬਣਾਇਆ, ਜਿਸ ਦੇ ਵਿੱਚ ਜਿਹੜਾ ਕਿ 20 ਦਸੰਬਰ ਮਤਲਬ ਠੀਕ ਹੈ ਜੀ। ਤਾਂ ATC ਜਿਹੜਾ ਹੈ, ਜਿਹੜਾ ਵੀ ਰੈਸਟ੍ਰਿਕਸ਼ਨਸ ਨੇ, ਟ੍ਰੇਡ ਦੀਆਂ ਰੈਸਟ੍ਰਿਕਸ਼ਨਸ ਨੇ ਟੈਕਸਟਾਈਲ ਅਤੇ ਕਲੋਥਿੰਗ ਦੇ ਨਾਲ, ਉਸ ਨੂੰ 10 ਸਾਲਾਂ ਦੇ ਅੰਦਰ WTO ਦੇ ਨਾਲ ਜਿਹੜਾ ਐਗਰੀਮੈਂਟ ਹੋਇਆ 10 ਸਾਲਾਂ ਦੇ ਅੰਦਰ ਅੰਦਰ ਇਹਨਾਂ ਨੂੰ ਕੀ ਕਰ ਦੇਣਾ ਹੈ, ਰਿਡਿਊਸ ਕਰ ਦੇਣਾ। ਅਤੇ ATC ਨੇ ਇਹ ਜਿਹੜੀ ਟਰਮੀਨੇਸ਼ਨ ਹੈ, ਜਿਹੜੇ 10 ਸਾਲ ਜਿਹੜੇ ਨੇ, ਇਹ 1 ਜਨਵਰੀ 2005 ਦੇ ਵਿੱਚ ਇਹ ਪੂਰੇ ਹੋ ਗਏ। ਤਾਂ ਹੁਣ ਇਹ ATC ਜਿਹੜਾ ਹੈ ਐਗਰੀਮੈਂਟ ਔਨ ਟੈਕਸਟਾਈਲ ਹੈ ਐਂਡ ਕਲੋਥਿੰਗ ਹੈ, ਇਹ ਨੋ ਲੋਂਗਰ ਇਫੈਕਟਿਵ ਹੈ, ਕਿਉਂਕਿ ਇਹ 2005 ਦੇ ਵਿੱਚ ਇਹ ਕੀ ਹੈ, ਇਫੈਕਟਿਵ ਨਹੀਂ ਰਿਹਾ। ਹੁਣ ਨੈਕਸਟ ਜਿਹੜਾ ਐਗਰੀਮੈਂਟ ਹੈ WTO ਨਾਲ ਹੋਇਆ ਸੀ ਉਹ ਹੈ ਟ੍ਰੇਡ ਰਿਲੇਟਿਡ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ, ਜਿਹਨੂੰ ਅਸੀਂ TRIPS ਕਹਿੰਦੇ ਹਾਂ, ਟ੍ਰੇਡ ਰਿਲੇਟਿਡ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ। ਇਸ ਐਗਰੀਮੈਂਟ ਨੂੰ ਵੀ TRIPS ਜਿਹੜਾ ਹੈ 1 ਜਨਵਰੀ 1995 ਜਦੋਂ WTO ਹੋਂਦ ਚ ਆਇਆ ਉਦੋਂ ਤੋਂ ਹੀ ਇਹ ਲਾਗੂ ਹੋ ਰਹੇ ਹਨ। ਇਸ ਦੇ ਜਿਹੜੇ ਫੀਚਰਸ ਨੇ, ਜਿਹੜੇ ਏਰੀਆਸ ਨੇ, ਉਹਦੇ ਵਿੱਚ ਕੀ ਕੀ ਸ਼ਾਮਿਲ ਨੇ? ਕਾਪੀਰਾਈਟ ਐਂਡ ਰਿਲੇਟਿਡ ਰਾਈਟਸ। ਕਾਪੀਰਾਈਟ ਮਤਲਬ ਕਿ ਜੋ ਵੀ ਤੁਸੀਂ ਰਿਸਰਚ ਕੀਤੀ, ਜੋ ਵੀ ਤੁਸੀਂ ਆਰਟੀਕਲ ਲਿਖਿਆ, ਉਸ ਤੇ ਤੁਹਾਡਾ ਅਧਿਕਾਰ ਹੈ, ਉਸ ਤੇ ਤੁਹਾਡਾ ਕਾਪੀਰਾਈਟ ਹੈ। ਦੂਸਰਾ ਹੈ ਟ੍ਰੇਡਮਾਰਕਸ ਇਨਕਲੂਡਿੰਗ ਸਰਵਿਸ ਮਾਰਕ, ਮਤਲਬ ਜੋ ਵੀ ਤੁਸੀਂ ਗੁੱਡਸ ਨੂੰ ਟ੍ਰੇਡ ਕਰਦੇ ਹੋ ਜਾਂ ਸਰਵਿਸਿਜ਼ ਨੂੰ ਟ੍ਰੇਡ ਕਰਦੇ ਹੋ, ਉਸ ਤੇ ਤੁਸੀਂ ਆਪਣਾ ਇੱਕ ਮਾਰਕ ਲਗਾ ਸਕਦੇ ਹੋ। ਤੀਸਰਾ ਜੋਗ੍ਰਾਫਿਕਲ ਇੰਡੀਕੇਸ਼ਨਸ ਇਨਕਲੂਡਿੰਗ ਐਪੀਲੇਸ਼ਨ ਆਫ ਓਰੀਜਨ। ਜੋਗ੍ਰਾਫਿਕਲ ਇੰਡੀਕੇਸ਼ਨਸ, ਕਿ ਜੋਗ੍ਰਾਫਿਕਲ ਤੁਸੀਂ ਭੂਗੋਲਿਕ ਜਿਹੜੀ ਆਪਣਾ ਇੰਡੀਕੇਸ਼ਨ ਅੰਕਿਤ ਕਰ ਸਕਦੇ ਹੋ। ਫਿਰ ਆਪਣਾ ਇੰਡਸਟਰੀਅਲ ਡਿਜ਼ਾਈਨ, ਠੀਕ ਹੈ, ਆਪਣਾ ਜਿਹੜਾ ਉਦਯੋਗ ਹੈ, ਜਿਹੜਾ ਉਹਦਾ ਡਿਜ਼ਾਈਨ ਹੈ, ਜੋ ਉਹਦਾ ਮਾਰਕ ਹੈ, ਉਹ ਤੁਸੀਂ ਲਗਾ ਸਕਦੇ ਹੋ। ਤੇ ਪੇਟੈਂਟਸ ਇਨਕਲੂਡਿੰਗ ਦਾ ਪ੍ਰੋਟੈਕਸ਼ਨ ਆਫ ਨਿਊ ਵੈਰਾਈਟੀਜ਼ ਆਫ ਪਲਾਂਟਸ, ਜਿਹੜੀਆਂ ਨਵੀਆਂ ਵੈਰਾਈਟੀਜ਼ ਨੇ ਪਲਾਂਟਸ ਦੀਆਂ, ਉਹਨਾਂ ਨੂੰ ਤੁਸੀਂ ਪ੍ਰੋਟੈਕਟ ਕਰ ਸਕਦੇ ਹੋ, ਪੇਟੈਂਟ ਤੁਸੀਂ ਉਸ ਤੇ ਲਗਾ ਸਕਦੇ ਹੋ। ਫਿਰ ਅਨਡਿਸਕਲੋਜ਼ਡ ਇਨਫੋਰਮੇਸ਼ਨ ਇਨਕਲੂਡਿੰਗ ਟ੍ਰੇਡ ਸੀਕ੍ਰੇਟਸ, ਜਿਹੜੇ ਟ੍ਰੇਡ ਸੀਕ੍ਰੇਟਸ ਨੇ, ਜਿਹਦੀ ਇਨਫੋਰਮੇਸ਼ਨ ਅਨਡਿਸਕਲੋਜ਼ ਨਹੀਂ ਹੋਈਆਂ, ਮਤਲਬ ਜਿਹੜੀਆਂ ਡਿਸਕਲੋਜ਼ ਨਹੀਂ ਹੋਈਆਂ। ਫਿਰ ਟੈਸਟ ਡਾਟਾ, ਇਹਨਾਂ ਸਾਰਿਆਂ ਤੇ ਜੋ ਡਾਟਾ ਹੈ, ਇਹਨਾਂ ਸਾਰੇ ਏਰੀਆਜ਼ ਦੇ ਵਿੱਚ
ਜਿਹੜਾ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਜਿਹੜਾ ਹੈ ਉਹ ਲਾਗੂ ਹੋਣਾ। ਫਿਰ ਜੇ ਅਸੀਂ ਐਗਰੀਮੈਂਟਸ ਦੇ ਮੇਨ ਫੀਚਰਸ ਦੀ ਸਟੱਡੀ ਕਰੀਏ, ਫੀਚਰ ਦੇਖੀਏ, ਤਾਂ ਪਹਿਲਾ ਜਿਹੜਾ ਫੀਚਰ ਹੈ, ਪਹਿਲੀ ਜਿਹੜੀ ਵਿਸ਼ੇਸ਼ਤਾ ਹੈ ਉਹ ਸਟੈਂਡਰਡ ਹੈ। ਤਾਂ ਹਰੇਕ ਮੈਂਬਰ ਦੇਸ਼ ਨੂੰ ਇੱਕ ਮਿਨੀਮਮ ਸਟੈਂਡਰਡ ਆਫ ਪ੍ਰੋਟੈਕਸ਼ਨ ਜਿਹੜਾ ਹੈ ਉਹ ਪ੍ਰੋਵਾਈਡ ਕੀਤਾ ਜਾਏਗਾ ਜਾਂ ਕੀਤਾ ਜਾਂਦਾ ਹੈ। ਤਾਂ ਮੇਨ ਐਲੀਮੈਂਟਸ ਆਫ ਪ੍ਰੋਟੈਕਸ਼ਨ ਜਿਹੜੇ ਨੇ ਉਸ ਨੂੰ ਡਿਫਾਈਨ ਕੀਤਾ ਗਿਆ ਕਿ ਇਹ ਜਿਹੜਾ ਹੈ, ਠੀਕ ਹੈ ਜੀ, ਉਸ ਦੇ ਵਿੱਚ ਮਿਨੀਮਮ ਡਿਊਰੇਸ਼ਨ ਆਫ ਪ੍ਰੋਟੈਕਸ਼ਨ ਕਿ ਕਿੰਨੀ ਦੇਰ ਦੇ ਲਈ ਪ੍ਰੋਟੈਕਸ਼ਨ ਜਿਹੜੀ ਹੈ ਪ੍ਰੋਵਾਈਡ ਕੀਤੀ ਜਾਏਗੀ, ਇਹ ਦੱਸਿਆ ਹੈ। ਫਿਰ ਐਨਫੋਰਸਮੈਂਟ, ਜਿਹੜੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਨੇ ਇਹਨਾਂ ਨੂੰ ਡੋਮੈਸਟਿਕ ਪ੍ਰੋਸੀਜਰ ਅਤੇ ਰੈਮਡੀਜ਼ ਦੇ ਰਾਹੀਂ ਐਨਫੋਰਸ ਕੀਤਾ ਜਾਏਗਾ, ਲਾਗੂ ਕੀਤਾ ਜਾਏਗਾ। ਫਿਰ ਤੀਸਰਾ ਜਿਹੜਾ ਹੈ ਇਸ ਦਾ ਜਿਹੜਾ ਫੀਚਰ ਹੈ ਉਹ ਡਿਸਪਿਊਟ ਸੈਟਲਮੈਂਟ। ਜੇ ਕੋਈ ਝਗੜਾ ਹੋ ਜਾਂਦਾ ਹੈ, ਕੋਈ ਡਿਸਐਗਰੀਮੈਂਟ ਹੋ ਜਾਂਦਾ ਹੈ, ਤਾਂ ਜਿਹੜਾ ਡਿਸਪਿਊਟ ਸੈਟਲਮੈਂਟ ਬੋਡੀ ਹੈ ਉਹ ਇਸ ਡਿਸਪਿਊਟ ਨੂੰ ਕੀ ਕਰੇਗੀ, ਹੱਲ ਕਰੇਗੀ। ਇਹ ਸੀਗੇ WTO ਦੇ ਐਗਰੀਮੈਂਟ। ਅਤੇ ਲਾਸਟ ਦੇ ਵਿੱਚ ਜਿਹੜਾ ਐਗਰੀਮੈਂਟ ਹੈ ਉਹ ਹੈ ਡਿਸਪਿਊਟ ਸੈਟਲਮੈਂਟ ਬੋਡੀ ਜਿਹੜੀ ਹੈ। ਇਹ ਆਪਾਂ ਡਿਸਕਸ ਕਰ ਚੁੱਕੇ ਹਾਂ ਪਹਿਲਾਂ ਹੀ ਕਿ ਜੇ ਕੋਈ ਮੈਂਬਰ ਕੰਟਰੀ ਦੇ ਵਿੱਚ ਕੋਈ ਡਿਸਪਿਊਟ ਹੋ ਜਾਂਦਾ ਹੈ, ਕੋਈ ਮਤਭੇਦ ਹੋ ਜਾਂਦਾ ਹੈ, ਕੋਈ ਡਿਸਐਗਰੀਮੈਂਟ ਹੋ ਜਾਂਦਾ ਹੈ, ਕੋਈ ਵਾਇਓਲੇਸ਼ਨ ਆਫ ਰੂਲ ਹੋ ਜਾਂਦਾ ਹੈ, ਤਾਂ ਡਿਸਪਿਊਟ ਅੰਡਰਸਟੈਂਡਿੰਗ ਸੈਟਲਮੈਂਟ ਅੰਡਰਸਟੈਂਡਿੰਗ ਜਿਹੜੀ ਹੈ ਉਹ ਰੂਲਸ ਐਂਡ ਰੈਗੂਲੇਸ਼ਨ ਦੇ ਅੰਡਰ ਜਿਹੜੀ ਹੈ ਉਸ ਨੂੰ ਸੈਟਲ ਕੀਤਾ ਜਾਂਦਾ। ਤਾਂ ਹੁਣ ਲਾਸਟ ਦੇ ਵਿੱਚ ਅਸੀਂ ਡਿਸਕਸ ਕਰਦੇ ਹਾਂ WTO ਐਂਡ ਇੰਡੀਆ। ਜਿਸ ਤਰ੍ਹਾਂ ਅਸੀਂ ਦੱਸਿਆ ਹੈ ਕਿ WTO ਜਦੋਂ ਦੀ ਗੈਟ ਹੋਣ ਦੇ ਵਿੱਚ ਆਈ ਹੈ ਅਤੇ 1995 ਵਿੱਚ ਜਦੋਂ WTO ਬਣਿਆ ਉਦੋਂ ਦਾ ਇੰਡੀਆ ਇੱਕ ਫਾਊਂਡਰ ਮੈਂਬਰ, ਤਾਂ ਬਹੁਤ ਹੀ ਐਕਟਿਵਲੀ ਜਿਹੜਾ ਰੋਲ ਹੈ ਉਹ ਪਲੇ ਕਰ ਰਿਹਾ ਹੈ। ਇੰਡੀਆ ਨੇ ਮੋਸਟ ਫੇਵਰਡ ਨੇਸ਼ਨ ਦੇ ਤੌਰ ਤੇ ਕਾਫੀ ਕੁਝ ਗੇਨ ਕੀਤਾ ਹੈ। ਤਾਂ ਮੋਸਟ ਫੇਵਰਡ ਨੇਸ਼ਨ 159 ਦੇਸ਼ਾਂ ਦੇ ਨਾਲ ਇਹਨਾਂ ਨੂੰ ਇਹਦਾ ਫਾਇਦਾ ਹੋਇਆ ਅਤੇ ਐਕਟਿਵ ਜਿਹੜਾ ਪਾਰਟ ਇਹਨਾਂ ਨੇ ਪਲੇ ਕੀਤਾ ਹੈ ਇੰਪਾਰਸ਼ੀਅਲ ਟ੍ਰੇਡ ਡਿਸਪਿਊਟ ਸੈਟਲਮੈਂਟ ਪ੍ਰੋਸੈਸ ਦੇ ਵਿੱਚ ਅਤੇ ਵਰਲਡ ਲੈਵਲ ਤੇ ਜਿਹੜੇ ਵੀ ਟ੍ਰੇਡ ਦੇ ਵਿੱਚ ਟ੍ਰੇਡ ਦੇ ਵਿੱਚ, ਸਰਵਿਸਿਜ਼ ਦੇ ਵਿੱਚ, ਐਗਰੀਕਲਚਰ ਦੇ ਵਿੱਚ, ਕਲੋਥਿੰਗ ਐਂਡ ਟੈਕਸਟਾਈਲ ਦੇ ਵਿੱਚ ਜੋ ਵੀ ਐਗਰੀਮੈਂਟਸ ਹੋਏ ਨੇ, ਸਰਵਿਸਿਜ਼ ਦੇ ਵਿੱਚ, ਉਹਨਾਂ ਸਾਰਿਆਂ ਦੇ ਵਿੱਚ ਵੱਧ ਚੜ ਕੇ ਇਹਨਾਂ ਨੇ ਆਪਣਾ ਜਿਹੜਾ ਰੋਲ ਹੈ ਉਹ ਪਲੇ ਕੀਤਾ। ਇੰਡੀਆ ਨੂੰ ਦੀ ਜਿਹੜੀ ਕੰਪਨੀਜ਼ ਨੇ, ਇੰਡੀਅਨ ਕੰਪਨੀਜ਼ ਨੇ, ਉਹ IT ਸੈਕਟਰ ਦੇ ਵਿੱਚ ਅਤੇ ਫਾਰਮਾ ਰਿਲੇਟਡ ਮਤਲਬ ਕਿ ਜਿਹੜੀਆਂ ਮੈਡੀਸਨਸ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਨੂੰ ਫਾਇਦਾ ਹੋਇਆ। ਜੇ ਅਸੀਂ ਇਹਨਾਂ ਦੀ ਡਿਟੇਲਸ ਲਈਏ, ਫਿਰ ਇੰਡੀਆ ਦੇ ਲੋਕਾਂ ਦਾ ਪ੍ਰੋਡਕਸ਼ਨ, ਇੰਡੀਆ ਦੀ ਜਿਹੜੀ ਪ੍ਰੋਡਕਸ਼ਨ ਹੈ, ਇਨਕਮ ਹੈ, ਇੰਪਲੋਇਮੈਂਟ ਹੈ, ਸਟੈਂਡਰਡ ਆਫ ਲਿਵਿੰਗ ਹੈ ਅਤੇ ਰਿਸੋਰਸਿਸ ਦੀ ਯੂਟੀਲਾਈਜੇਸ਼ਨ ਹੈ, ਇੰਟਰਨੈਸ਼ਨਲ ਲੈਵਲ ਤੇ ਜਿਹੜੇ ਸਾਡੇ ਰਿਲੇਸ਼ਨਸ ਨੇ, ਟ੍ਰੇਡ ਰਿਲੇਸ਼ਨ ਤੋਂ ਇਲਾਵਾ ਜਿਹੜੇ ਸਾਡੇ ਅਦਰਵਾਈਜ਼ ਜਿਹੜੇ ਰਿਲੇਸ਼ਨਸ ਨੇ, ਕਲਚਰਲ ਜਿਹੜੇ ਐਕਸਚੇਂਜ ਨੇ, ਉਹ ਜਿਹੜੇ ਨੇ ਜ਼ਿਆਦਾ ਹੋਣ। ਇੰਪਲੀਕੇਸ਼ਨ ਜਿਹੜੇ ਨੇ ਅਸੀਂ ਫਟਾਫਟ ਕਰੀਏ। ਗੈਟਸ ਦੇ ਵਿੱਚ ਸਾਨੂੰ ਜਿਹੜਾ ਟੈਰਿਫ ਅਤੇ ਨੋਨ ਟੈਰਿਫ ਦੀ ਰਿਡਕਸ਼ਨ ਦੇ ਕਾਰਨ ਸਾਨੂੰ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਸਰਵਿਸਿਜ਼ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਵਿੱਚ ਕਾਫੀ ਹੈਲਪ ਮਿਲੀ। ਤਾਂ ਇੰਡੀਆ ਇੱਕ ਲੀਡਿੰਗ ਐਕਸਪੋਰਟਰ ਬਣਿਆ ਸੌਫਟਵੇਅਰ ਸਰਵਿਸਿਜ਼ ਦਾ, ਸਪੈਸ਼ਲੀ ਕੰਸਟਰਕਸ਼ਨ ਦੇ ਵਿੱਚ, ਇੰਜੀਨੀਅਰਿੰਗ ਦੇ ਵਿੱਚ, ਹੈਲਥ ਦੇ ਵਿੱਚ, ਐਜੂਕੇਸ਼ਨ ਦੇ ਵਿੱਚ ਜਿਹੜੀਆਂ ਉਹ ਸਾਨੂੰ ਕਾਫੀ ਫਾਇਦਾ ਮਿਲਿਆ। ਦੂਸਰਾ ਜਿਹੜਾ ਇੰਪਲੀਕੇਸ਼ਨਸ ਹੈ ਟ੍ਰੇਡ ਰਿਲੇਟਡ ਇਨਵੈਸਟਮੈਂਟ ਮੇਜਰ ਦੇ ਵਿੱਚ ਸੈਵਰਲ ਫੋਰਨ ਇਨਵੈਸਟਮੈਂਟ ਜਿਹੜੇ ਨੇ ਬਹੁਤ ਜ਼ਿਆਦਾ ਇਨਵੈਸਟਮੈਂਟ FDI ਦੇ ਵਿੱਚ ਸਾਡੇ ਕੰਟਰੀ ਦੇ ਵਿੱਚ ਕਾਫੀ ਇਨਵੈਸਟਮੈਂਟ ਜਿਹੜੀ ਹੈ ਟ੍ਰਿਮਸ ਦੇ ਅੰਤਰਗਤ ਆਈ ਹੈ, ਸਪੈਸ਼ਲੀ ਜਦੋਂ ਨਿਊ ਇੰਡਸਟਰੀਅਲ ਪਾਲਿਸੀ ਅਸੀਂ 1991 ਜਿਹੜੀ ਹੈ ਅਡਾਪਟ ਕੀਤੀ। FDI ਦੇ ਰੂਲ ਜਿਹੜੇ ਨੇ ਫੋਰਨ ਪਾਲਿਸੀ ਦੇ ਜਿਹੜੇ ਇਨਵੈਸਟਮੈਂਟ, ਫੋਰਨ ਪਾਲਿਸੀ ਇਨਵੈਸਟਮੈਂਟ ਜਿਹੜੀ ਹੈ ਅਸੀਂ ਉਹਦੇ ਰੂਲਸ ਬੜੇ ਸਿੰਪਲੀਫਾਈ ਕੀਤੇ ਨੇ, ਜਿਸ ਦੇ ਵਿੱਚ ਅਪਰੋਕਸੀਮੇਟਲੀ ਸਾਰੇ ਸੈਕਟਰ ਦੇ ਵਿੱਚ ਇਨਵੈਸਟਮੈਂਟ ਹੈ। ਫਿਰ ਟ੍ਰੇਡ ਰਿਲੇਟਡ ਜਿਹੜੀ ਪ੍ਰੋਪਰਟੀ ਰਾਈਟਸ ਨੇ, ਤਾਂ ਟਿਪਸ ਐਗਰੀਮੈਂਟ ਜਿਹੜਾ ਹੈ 2005 ਤੋਂ ਬਾਈਂਡਿੰਗ ਹੋ ਗਿਆ, ਜਿਸ ਦੇ ਨਾਲ ਕੰਟਰੀ ਨੂੰ
10 ਸਾਲਾਂ ਦੇ ਵਿੱਚ 1995 ਤੋਂ ਲੈ ਕੇ 2005 ਦੇ ਵਿੱਚ ਡੋਮੈਸਟਿਕ ਜਿਹੜੇ ਲੈਜਿਸਲੇਸ਼ਨ ਨੇ ਉਹ ਕੰਪੈਟੀਬਲ ਹੋ ਗਏ ਟ੍ਰਿਪਸ ਦੇ ਨਾਲ। ਇੰਡੀਆ ਨੂੰ 5 ਸਾਲਾਂ ਦਾ ਐਡੀਸ਼ਨਲ ਟ੍ਰਾਂਜੀਸ਼ਨ ਪੀਰੀਅਡ ਮਿਲਿਆ, ਕਿਉਂਕਿ because of not having product patent regime in critical sector like pharmaceutical, ਤਾਂ ਐਗਜ਼ਿਸਟਿੰਗ ਲਾਜ਼ ਜਿਹੜੇ ਨੇ ਇੰਡੀਆ ਦੇ ਅਮੈਂਡ ਕੀਤੇ ਗਏ, ਫਰੈਸ਼ ਲੈਜਿਸਲੇਸ਼ਨ ਜਿਹੜੇ ਨੇ ਉਹ ਇਸ ਪੀਰੀਅਡ ਦੇ ਵਿੱਚ ਸ਼ੁਰੂ ਕੀਤੇ ਗਏ। ਠੀਕ ਹੈ, ਤਾਂ ਪੇਟੈਂਟ ਅਮੈਂਡਮੈਂਟ ਐਕਟ 2005, ਕਾਪੀਰਾਈਟ ਅਮੈਂਡਮੈਂਟ ਐਕਟ 2010 ਇਹ ਸਾਡੇ ਨੇ ਡੋਮੈਸਟਿਕ ਲੀਗਲ ਫਰੇਮਵਰਕ ਨੂੰ ਸਟਰੈਂਥਨ ਕਰਦੇ ਨੇ ਤਾਂ ਕਿ ਅਸੀਂ WTO ਦੇ ਨਾਲ ਹਾਰਮੋਨੀਅਸਲੀ ਕੰਮ ਕਰ ਸਕੀਏ। ਚੌਥਾ ਜਿਹੜਾ ਸਾਨੂੰ ਐਗਰੀਮੈਂਟ ਔਨ ਐਗਰੀਕਲਚਰ, ਇਸ ਦੇ ਨਾਲ ਸ਼ੋਰਟ ਟਰਮ ਐਗਰੀਮੈਂਟ ਜਿਹੜਾ ਹੈ ਉਹ ਇੰਡੀਆ ਦੇ ਲਈ ਇੰਨਾ ਇਫੈਕਟਿਵ ਸ਼ਾਇਦ ਨਾ ਹੋਵੇ। ਕਿਉਂਕਿ ਡੋਮੈਸਟਿਕ ਅਤੇ ਐਕਸਪੋਰਟ ਸਬਸਿਡੀ ਸਾਡੀਆਂ ਨੈਗੇਟਿਵ ਸੀਗੀਆਂ, 10% ਤੋਂ ਪਹਿਲਾਂ ਹੀ ਘੱਟ ਸੀਗੀਆਂ। ਲੇਕਿਨ ਲੌਂਗ ਰਨ ਦੇ ਵਿੱਚ ਸਾਨੂੰ ਐਡਵਾਂਟੇਜ ਹੈ, ਕਿਉਂਕਿ ਸਾਡੀ ਜਿਹੜੀ ਲੇਬਰ ਹੈ ਉਹ ਚੀਪ ਹੈ ਅਤੇ ਇੰਡੀਆ ਇੰਜੋਏ ਕਰਦਾ ਕਿ ਕੋਸਟ ਆਫ ਪ੍ਰੋਡਕਸ਼ਨ ਸਾਡੀ ਕੀ ਹੈ ਦੂਸਰੇ ਦੇਸ਼ਾਂ ਨਾਲੋਂ ਘੱਟ ਹੈ। ਇਸ ਕਰਕੇ ਘੱਟ ਉਤਪਾਦਕਤਾ ਹੋਣ ਦੇ ਬਾਵਜੂਦ ਵੀ ਦੂਜੇ ਦੇਸ਼ਾਂ ਦੇ ਨਾਲੋਂ ਐਗਰੀਕਲਚਰ ਪ੍ਰੋਡਕਟਸ ਦੀ ਪ੍ਰਾਈਸ, ਜਿਵੇਂ ਰਾਈਸ ਦੀ, ਚਾਹ ਦੀ, ਸਨਫਲਾਵਰ ਦੀ, ਕੋਟਨ ਦੀ, ਉਹ ਸਾਡੀ ਅੰਤਰਰਾਸ਼ਟਰੀ ਪੱਧਰ ਤੋਂ ਘੱਟ ਹੈ। ਇਸ ਕਰਕੇ ਇੰਡੀਆ ਦੇ ਵਿੱਚ ਜਿਹੜਾ ਦੂਸਰੇ ਦੇਸ਼ਾਂ ਦਾ ਜਿਹੜਾ ਐਕਸਪੋਰਟ ਐਗਰੀਕਲਚਰ ਗੁੱਡ ਦਾ ਉਹ ਜ਼ਿਆਦਾ ਨਹੀਂ ਆਏਗਾ, ਕਿਉਂਕਿ ਆਲਰੇਡੀ ਸਾਡੀ ਜਿਹੜੀ ਕੀਮਤ ਐਗਰੀਕਲਚਰ ਗੁੱਡ ਦੀ ਕੀ ਹੈ, ਘੱਟ ਹੈ। ਜੇ ਅਸੀਂ ਲਾਸਟ ਜਿਹੜੀ ਇੰਪਲੀਕੇਸ਼ਨ ਹੈ ਐਗਰੀਮੈਂਟ ਔਨ ਕਲੋਥਿੰਗ ਐਂਡ ਟੈਕਸਟਾਈਲ ਹੈ, ਉਸ ਦੇ ਵਿੱਚ ਸਾਨੂੰ ਕਾਫੀ ਪੋਜ਼ਿਟਿਵ ਇੰਪੈਕਟ ਮਿਲਿਆ। ਸਾਡਾ ਜਿਹੜਾ ਐਕਸਪੋਰਟ ਹੈ ਉਹ ਕਾਫੀ ਜ਼ਿਆਦਾ ਇਨਕਰੀਜ਼ ਹੋਇਆ। ਤਾਂ ਐਕਸਪੋਰਟ ਰੇਟ ਅਰਲੀ ਸਟੇਜਿਸ ਜਿਹੜਾ ਕਿ ਇਕੱਲਾ ਸਾਡਾ ਰਾ ਮਟੀਰੀਅਲ ਤੱਕ ਅਤੇ ਇੰਟਰਮੀਡੀਏਟ ਪ੍ਰੋਡਕਟ ਯਾਰਨ ਐਂਡ ਫੈਬਰਿਕ ਅਸੀਂ ਐਕਸਪੋਰਟ ਕਰਦੇ ਸੀ। ਹੁਣ ਅਸੀਂ ਕੀ ਹੈ ਰੈਡੀਮੇਡ ਗਾਰਮੈਂਟਸ ਅਤੇ ਮੇਡਅਪ ਗੁੱਡਸ ਜਿਹੜੇ ਨੇ ਕੱਪੜੇ ਕਲੋਥਿੰਗ ਐਂਡ ਟੈਕਸਟਾਈਲ ਦੇ ਅਸੀਂ ਐਕਸਪੋਰਟ ਕਰਦੇ ਹਾਂ ਅਤੇ ਕਾਫੀ ਇੰਪੈਕਟ ਜਿਹੜਾ ਹੈ ਇਸ ਦਾ ਇੰਪਲੋਇਮੈਂਟ ਤੇ ਸਾਡੇ ਪਿਆ, ਕਿਉਂਕਿ ਇਹ ਜਿਹੜੀ ਕਲੋਥਿੰਗ ਐਂਡ ਟੈਕਸਟਾਈਲ ਹੈ ਲੇਬਰ ਇੰਟੈਂਸਿਵ ਇੰਡਸਟਰੀ ਹੈ। ਤਾਂ ਇਸ ਮੋਟੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਨਟਸ਼ੈਲ ਇਨ ਬਰੀਫ ਕਿ WTO ਦਾ ਸਾਡੇ ਕੰਟਰੀ ਨੂੰ, ਇੰਡੀਆ ਨੂੰ ਕਾਫੀ ਫਾਇਦਾ ਹੋਇਆ, ਜੇ ਅਸੀਂ ਸਰਵਿਸਿਜ਼ ਦੀ ਗੱਲ ਕਰੀਏ, ਚਾਹੇ ਕਲੋਥਿੰਗ ਐਂਡ ਟੈਕਸਟਾਈਲ ਦੀ ਗੱਲ ਕਰੀਏ, ਚਾਹੇ ਅਸੀਂ ਫਾਰਮਾਸਿਊਟੀਕਲ ਇੰਡਸਟਰੀ ਦੀ ਗੱਲ ਕਰੀਏ। ਥੈਂਕ ਯੂ।